ਕਰਦੇ ਕਿ ਜਿਹੜਾ ਤੁਹਾਡਾ 2017 ਦਾ ਜਿਹੜੀ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜਾ ਤੀਸਰੇ ਨੰਬਰ ਤੇ ਆਇਆ, ਤੁਹਾਨੂੰ ਲੱਗਦਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੈ ਉਹ ਸਭ ਤੋਂ ਵੱਡਾ ਫੈਕਟਰ ਰਿਹਾ ਹੋਊਗਾ? देखो मल्टीपल फैक्टर्स है क्योंकि एक आम आदमी पार्टी नवी पार्टी आई सी जी जी एक कांग्रेस जी है वो हमेशा साडी ट्रेडिशनल राइवल जी है हो रही है। ये अज भी पंजाब की जनता च मंनदी है कि जे चंगा काम ना होया हुंदा तां पंजाब दे विच जिहड़ी है 2012 दे विच सरकार रिपीट ना हो। जी 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 क्योंकि जिहड़ा आज़ादी तो बाद दे इतिहास दे विच जे पहली बारी कोई गवर्नमेंट रिपीट हुई है वो भी एक क्रेडिट श्रोमणी अकाली दल नूं जांदा है कि 70 सालों के सफर दे विच होर कोई भी सरकार रिपीट नहीं हुई। 5 साल कोई आउंदा रहा फिर कोई आउंदा रहा जी 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 काम ना हुंदा तां गवर्नमेंट रिपीट नहीं हुंदी सी जी। पर साडे जिहड़ियां दोने विरोधी पार्टियां सी ये बड़ियां इस गल तो सचेत सी कि जे मैरिट दे उत्ते डिवेलपमेंट दे उत्ते अमन शांति दे उत्ते इन्हां गल्लां दे उत्ते जे बहस शुरू हो गई ਤੇ ਉਹਦੇ ਵਿੱਚ ਅਸੀਂ ਸਰਕਾਰ ਨੂੰ ਜਿਹੜਾ ਉਹ ਬੀਟ ਨਹੀਂ ਕਰ ਪਾਉਂਦੇ ਜੀ। ਇਸ ਕਰਕੇ ਇਸ਼ੂ ਉਸ ਵੇਲੇ ਅਲੱਗ ਬਣ ਗਏ। ਅਨਐਮਪਲੋਇਮੈਂਟ ਸਾਰੇ ਦੇਸ਼ ਦੇ ਵਿੱਚ ਹੈ ਜੀ ਤੇ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਉਹ ਘਟ ਨਹੀਂ ਹੈ ਜੀ। ਪੰਜਾਬ ਦੇ ਵਿੱਚ ਸੀ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਜਿਹੜਾ ਆਊਟ ਆਫ ਪ੍ਰਪੋਰਸ਼ਨ ਦੋਵਾਂ ਪਾਰਟੀਆਂ ਨੇ ਰਲ ਕੇ ਬਲੌਕ ਕੀਤਾ ਜੀ। ਧਾਰਮਿਕ ਇਸ਼ੂ ਜਿਹੜੇ ਆ ਉਹ ਬਣੇ ਇਸ ਸਮੇਂ ਦੇ ਦੌਰਾਨ। ਇਸ ਕਰਕੇ ਸਾਰੀਆਂ ਚੀਜ਼ਾਂ ਰਲ ਕੇ ਹੋਈਆਂ और सब तो ਵੱਡੀ ਗੱਲ ਕਿ ਲੋਕਾਂ ਨੂੰ ਹਮੇਸ਼ਾ ਆਸ ਹੁੰਦੀ ਹੈ ਜਦੋਂ 10 ਸਾਲ ਤੁਸੀਂ ਇੱਕ ਸਰਕਾਰ ਹਟਾਉਂਦੇ ਹੋ ਜੀ ਤੇ ਲੋਕ ਇੱਕ ਚੇਂਜ ਵੀ ਚਾਹੁੰਦੇ ਹੁੰਦੇ ਆ। ਰਾਈਟ ਨਾਲ ਚੇਂਜ ਦੇ ਜਿਹੜੇ ਉਸ ਵੇਲੇ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਜੀ ਔਰ ਲੋਕਾਂ ਦੇ ਵਿੱਚ ਤਸੱਲੀ ਕਰਾਉਣ ਵਾਸਤੇ ਜਦੋਂ ਗੁਟਕਾ ਸਾਹਿਬ ਤੱਕ ਹੱਥਾਂ 'ਚ ਫੜਦੇ ਗਏ ਜੀ ਕਰਜ਼ਾ 100% ਮਾਫ ਕਰਨ ਦਾ ਵਾਅਦਾ ਕਿਸਾਨੀ ਦੇ ਨਾਲ ਕਰ ਦਿੱਤਾ ਗਿਆ ਜੀ। ਇਸ ਕਰਕੇ ਨੌਕਰੀਆਂ ਦਾ ਹਰ ਘਰ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਔਰ ਉਹ ਵੀ ਵਾਅਦਾ ਤੁਸੀਂ ਕਰ ਰਹੇ ਹੋ ਪਹਿਲਾਂ ਮੈਨੀਫੈਸਟੋ ਨਹੀਂ ਜਾਰੀ ਕਰਦੇ ਜਿਵੇਂ ਟ੍ਰੈਡੀਸ਼ਨਲ ਅੱਗੇ ਪਾਰਟੀਆਂ ਕਰਦੀਆਂ ਜੀ। ਤੁਸੀਂ ਸਟੇਜਾਂ ਦੇ ਉੱਤੇ ਗੁਟਕਾ ਸਾਹਿਬ ਫੜਦੇ ਕਸਮਾਂ ਚੁੱਕਣੀਆਂ ਸ਼ੁਰੂ ਕਰਤੀਆਂ ਤਖਤਾਂ ਵਾਲੇ ਪਾਸੇ ਮੂੰਹ ਕਰਕੇ ਤਾਂ ਕਿਤੇ ਨਾ ਕਿਤੇ ਇਹ ਚੀਜ਼ ਲੋਕਾਂ ਨੂੰ ਸੀ ਵੀ ਜੇ ਕਰਜ਼ਾ ਕਿਉਂਕਿ ਬਹੁਤ ਕਿਸਾਨੀ ਕਰਜ਼ੇ ਦੇ ਥੱਲੇ ਹੈ ਕੋਈ ਦੋ ਰਾਵਾਂ ਨਹੀਂ ਹੈ 90,000 ਕਰੋੜ ਦਾ ਕਰਜ਼ਾ ਕਿਸਾਨੀ ਦੇ ਸਿਰ ਹਾਂਜੀ ਇੰਨੀ ਕੈਟੇਗੋਰੀਕਲੀ ਤੁਸੀਂ ਕਹਿ ਰਹੇ ਹੋ ਕਿ ਆੜ੍ਹਤੀਆਂ ਤੱਕ ਦਾ ਪ੍ਰਾਈਵੇਟ ਬੈਂਕਾਂ ਦਾ ਸਾਰਾ ਕਰਜ਼ਾ ਅਸੀਂ ਮਾਫ ਕਰ ਦਿਆਂਗੇ ਔਰ ਦੋਵਾਂ ਪਾਰਟੀਆਂ ਨੇ ਘਰੋਂ ਘਰੀ ਜਾ ਕੇ ਫਾਰਮ ਵੀ ਭਰਾ ਲਏ ਲੋਕਾਂ ਕੋਲੋਂ ਕਿ ਅਸੀਂ ਅੱਜ ਹੀ ਤੁਸੀਂ ਆਪਣਾ ਲਿਖ ਕੇ ਦੇ ਦਿਓ ਕਿੰਨਾ ਕਰਜ਼ਾ ਆਉਂਦਿਆਂ ਸਾਰ ਤੁਹਾਡੇ ਤੇ ਲਕੀਰ ਮਾਰ ਦਿਆਂਗੇ। ਇਸ ਕਰਕੇ ਇਹ ਫੈਕਟਰ ਜ਼ਿਆਦਾ ਹਾਵੀ ਸੀ ਜੀ ਜੀ। ਔਰ ਜਿਹੜੇ ਬੱਚੇ ਆ ਜਿਨ੍ਹਾਂ ਨੇ 10 ਸਾਲ ਜਿਹੜਾ 17 ਸਾਲ ਦਾ ਬੱਚਾ 27 ਸਾਲ ਦਾ ਹੋ ਗਿਆ ਸੀ ਜਿਹਦੇ ਹੋਰ ਕੋਈ ਸਰਕਾਰ ਨਹੀਂ ਦੇਖੀ ਜੀ 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 ਉਹਦੇ ਪਾਸੇ ਅਨਐਮਪਲੋਇਮੈਂਟ ਬਹੁਤ ਵੱਡਾ ਇੱਕ ਇਸ਼ੂ ਹੁੰਦਾ ਉਸ ਏਜ ਦੇ ਵਿੱਚ। ਕੁਦਰਤੀ ਗੱਲ ਹੈ ਕਿ ਇਹ ਸਾਰੇ ਦੁਨੀਆ ਦੇ ਵਿੱਚ ਹੀ ਬਹੁਤ ਵੱਡਾ ਇਸ਼ੂ ਹੌਲੀ ਹੌਲੀ ਬਣ ਰਿਹਾ। ਉਸ ਬੱਚੇ ਨੂੰ ਵੀ ਲੱਗਿਆ ਸੀ ਕਿ ਸ਼ਾਇਦ ਜਿੰਨਾ ਕੁਛ ਇਹ ਕਹਿ ਰਿਹਾ ਜਿਸ ਤਰੀਕੇ ਕਹਿ ਰਿਹਾ ਜਿੱਦਾਂ ਯਕੀਨ ਦਵਾ ਰਿਹਾ ਸ਼ਾਇਦ ਸਾਡਾ ਸਾਰੇ ਸੋਲੂਸ਼ਨ ਇਹਨਾਂ ਦੇ ਨਾਲ ਹੀ ਹੱਲ ਹੋਣੇ ਆ। ਇਸ ਕਰਕੇ ਸਾਰੇ ਰਲ ਕੇ ਬਣੇ ਜੀ ਜੀ। ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣਾ ਐਲੈਬੋਰੇਟ ਕੀਤਾ ਉਸ ਚੀਜ਼ ਬਾਰੇ। ਆਪਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਜਾਣੇ ਕਿ ਜਦੋਂ ਚਲੋ ਹੋ ਗਿਆ ਵੀ ਜੇ ਕਿਸੇ ਨੇ ਸ਼ਰਾਰਤ ਕਰਤੀ ਉਸ ਤੋਂ ਬਾਅਦ ਬਾਈਬਲ ਕਲਾ ਗੋਲੀ ਕਾਂਡ ਹੋਇਆ ਇਹ ਦੋਨੋਂ ਚੀਜ਼ਾਂ ਨੂੰ ਜਦੋਂ ਹੋ ਗਈਆਂ ਉਦੋਂ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੋਊਗੀ ਉਦੋਂ ਤੁਸੀਂ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਦੋਨੋਂ ਚੀਜ਼ਾਂ ਦੇ ਆਰੋਪੀ ਹੈ ਉਹ ਛੇਤੀ ਤੋਂ ਛੇਤੀ ਉਹਨਾਂ ਨੂੰ ਸਜ਼ਾ ਮਿਲੇ। ਇਹ ਤੁਹਾਡਾ ਪ੍ਰਾਇਓਰਟਾਈਜ਼ ਕੀਤਾ ਸੀ ਉਸ ਚੀਜ਼ ਨੂੰ? ਅਸੀਂ ਤੇ ਪ੍ਰੋਪਰਲੀ ਜਿਹੜਾ ਪ੍ਰਾਇਓਰਟਾਈਜ਼ ਚੀਜ਼ ਨੂੰ ਕੀਤਾ ਸੀ ਜੀ। ਔਰ ਉਸ ਵੇਲੇ ਜਿਹੜੀ ਜਥੇਬੰਦੀਆਂ ਦੀ ਮੇਨ ਡਿਮਾਂਡ ਸੀ ਜੀ ਜੀ ਕਿ ਤੁਸੀਂ ਸਰਕਾਰ ਦੇ ਵਿੱਚੋਂ ਇਸ਼ੂ ਗੰਭੀਰ ਹੈ ਗੁਰੂ ਗ੍ਰੰਥ ਸਾਹਿਬ ਨਾਲ ਕੰਸਰਨਡ ਹੈ ਜੀ ਔਰ ਕੰਸਰਨਡ ਜਥੇਬੰਦੀਆਂ ਉੱਥੇ ਜਿਹੜੀ ਹੈ ਐਜੀਟੇਸ਼ਨ ਕਰ ਰਹੀਆਂ ਜੀ। ਉਹਨਾਂ ਉਸ ਵੇਲੇ ਮੰਗ ਸੀ ਕਿ ਸਟੇਟ ਗਵਰਨਮੈਂਟ ਇਨਵੈਸਟੀਗੇਟ ਨਾ ਕਰੇ ਤੁਸੀਂ ਸੀਬੀਆਈ ਤੋਂ ਜਾਂਚ ਕਰਾਓ ਜੀ। ਗਵਰਨਰ ਸਾਹਿਬ ਕੋਲੇ ਡੈਪੂਟੇਸ਼ਨ ਪਹੁੰਚਿਆ ਜੀ ਤੇ ਕੋਈ ਕਾਰਨ ਨਹੀਂ ਸਾਡਾ ਕਿ ਅਸੀਂ ਉਹਨਾਂ ਦੀ ਡਿਮਾਂਡ ਨੂੰ ਜਿਹੜਾ ਠੁਕਰਾਉਂਦੇ ਜੀ। ਕਿਉਂਕਿ ਜੇ ਤੁਹਾਡੇ ਉੱਤੇ ਉਹ ਬੇਭਰੋਸਗੀ ਪ੍ਰਗਟ ਕਰ ਰਹੇ ਆ ਨਾਰਾਜ਼ਗੀ ਪ੍ਰਗਟ ਕਰ ਰਹੇ ਆ ਤੇ ਇਹੀ ਤਰੀਕਾ ਹੁੰਦਾ ਕਿ ਠੀਕ ਹੈ ਸਾਡੇ ਕੋਲ ਲੁਕਾਉਣ ਨੂੰ ਜਦੋਂ ਕੁਝ ਨਹੀਂ ਹੈ ਜੀ ਜੀ ਤੇ ਫਿਰ ਤੁਸੀਂ ਹੈਗਾ ਸੀਬੀਆਈ ਨੂੰ ਉਹਨਾਂ ਦੀ ਡਿਮਾਂਡ ਦੇ ਉੱਤੇ ਰੈਫਰ ਕੀਤਾ ਗਿਆ ਸੀ ਕਿ ਠੀਕ ਹੈ ਸਾਰੀ ਇਹਦੀ ਇਨਵੈਸਟੀਗੇਸ਼ਨ ਕਰਨਾ ਕਿਸਾ ਦੀ ਇਹ ਸੀਬੀਆਈ ਨੂੰ ਹੈਂਡਓਵਰ ਕਰ ਦਿੱਤੀ ਜਾਏ ਜੀ ਜੀ ਜੀ। ਇਸ ਕਰਕੇ ਹੁਣ ਵੀ ਜਿਹੜਾ ਹੈਗਾ ਸੀਬੀਆਈ ਤੋਂ ਹੁਣ ਆ ਕੇ ਕੇਸ ਵਾਪਸ ਹੋਇਆ 6 ਸਾਲਾਂ ਬਾਅਦ ਜਦੋਂ ਤੁਸੀਂ ਕੇਸ ਨੂੰ ਹੈਂਡਓਵਰ ਕਰ ਦਿੰਦੇ ਹੋ ਫਿਰ ਤੁਹਾਨੂੰ ਇਨਵੈਸਟੀਗੇਸ਼ਨ ਜਿਹੜੀ ਹੈ ਵੇਟ ਕਰਨੀ ਪੈਂਦੀ ਹੈ ਕਿ ਫਾਈਨਲ ਆਊਟ ਇਨਵੈਸਟੀਗੇਸ਼ਨ ਦੀ ਕੀ ਹੁੰਦੀ ਜੀ। ਇਸ ਕਰਕੇ ਕੇਸ ਦਾ ਹਾਲੇ ਵੀ ਜੇ ਦੇਖਿਆ ਜਾਵੇ ਉਸ ਤਰੀਕੇ ਦੇ ਨਾਲ ਜਿਹੜੀ ਹੈ ਕਲੀਅਰ ਕੱਟ ਕਿਸੇ ਪਾਸੇ ਨਹੀਂ ਲੱਗਿਆ।
ਹੁਣ ਨਵੇਂ ਸਿਰੇ ਤੋਂ ਫਿਰ ਜਿਹੜੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੀ 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 ਚੀਮਾ ਸਾਹਿਬ, ਆਪਾਂ ਹੁਣ ਕਿਸਾਨ ਅੰਦੋਲਨ ਨਾਲ ਚੱਲਦੇ ਹਾਂ ਕਿ ਇੰਨੇ ਟਾਈਮ ਹੋ ਗਿਆ, ਇੰਨਾ ਦਿਨ ਹੋ ਗਏ ਆ ਕਿ ਮੈਂ ਇਹੀ ਕਹੂੰਗਾ ਕਿ ਲੋਕ ਜਿਹੜੇ ਕਿਸਾਨ ਹੈ ਕਾਫੀ ਸ਼ਹੀਦੀਆਂ ਵੀ ਪ੍ਰਾਪਤ ਕਰ ਚੁੱਕੇ ਨੇ। ਆਪਾਂ ਉੱਤੇ ਬਾਤ ਆਉਣੇ, ਪਹਿਲਾਂ ਅਸੀਂ ਤੁਹਾਡੀ ਪਾਰਟੀ ਦਾ ਕਲੀਅਰ ਸਟੈਂਡ ਚਾਹੁੰਦੇ ਕਿ ਜਦੋਂ ਇਹ ਬਿੱਲ ਸੀਗੇ, ਜਦੋਂ ਇਹ ਡਰਾਫਟ ਤਿਆਰ ਕੀਤਾ ਗਿਆ ਸੀਗਾ, ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਦਿੱਲੀ ਦੇ ਵਿੱਚ ਮੌਜੂਦ ਸਨ, ਉਸ ਟਾਈਮ ਤੁਹਾਡੀ ਪਾਰਟੀ ਦਾ ਜਿਹੜਾ ਸਟੈਂਡ ਹੈ ਵੈਰੀ ਕਲੀਅਰ ਸੀਗਾ ਕਿ ਤੁਹਾਨੂੰ ਪੂਰੀ ਅੰਡਰਸਟੈਂਡਿੰਗ ਸੀ ਕਿ ਇਹ ਜਿਹੜੇ ਸਬਜੈਕਟ ਨੇ ਸਟੇਟ ਸਬਜੈਕਟ ਨੇ, ਨਾ ਕਿ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਹੋਣੇ। ਦੇਖੋ, ਪਹਿਲੀ ਤੇ ਗੱਲ ਹੈ ਸਾਰੀ ਬੈਕਗ੍ਰਾਉਂਡ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ। ਪਹਿਲੀ ਤਾਂ ਗੱਲ ਹੈ ਜੋ ਕੁਛ ਇਹ ਕਾਨੂੰਨ ਬਣੇ ਜੀ ਇੱਕ ਪਾਰਟੀ ਦਾ ਤਾਂ ਮੈਨੀਫੈਸਟੋ ਸੀ, ਕਿਉਂਕਿ 2019 ਦਾ ਤੁਸੀਂ ਉਹਨਾਂ ਦਾ ਪਾਰਲੀਮੈਂਟ ਦਾ ਮੈਨੀਫੈਸਟੋ ਪੜ੍ਹ ਲਓ, 2012 ਦਾ ਜਿਹੜਾ 17 ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਮੈਨੀਫੈਸਟੋ ਪੜ੍ਹ ਲਓ। ਜੀ ਜੀ ਇਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਇਹਨਾਂ ਨੇ ਬੜੀ ਸਟਰੋਂਗਲੀ ਉਸ ਵੇਲੇ ਇਸ ਗੱਲ ਦੀ ਵਕਾਲਤ ਕੀਤੀ ਕਿ ਸਾਡੀਆਂ ਸਰਕਾਰਾਂ ਬਣਦਿਆਂ ਸਾਰੀ ਅਸੀਂ ਇਹ ਕਰਾਂਗੇ। ਜੀ 2019 ਦੇ ਮੈਨੀਫੈਸਟੋ ਦੇ ਵਿੱਚ APMC ਐਕਟ ਖਤਮ ਕਰਨ ਦੀ ਗੱਲ ਜੇ ਕਿਸੇ ਨੇ ਕੀਤੀ ਹੈ ਤਾਂ ਕਾਂਗਰਸ ਪਾਰਟੀ ਨੇ ਕੀਤੀ ਜੀ। ਔਰ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ APMC ਵਿੱਚ ਸੋਧਾ ਲਿਆਵਾਂਗੇ, ਜੀ ਉਹਨਾਂ ਨੇ ਜਿਹੜੀਆਂ 4 ਸੋਧਾਂ 2017 ਚ ਕਰ ਦਿੱਤੀਆਂ ਨੇ, ਜੀ। ਉਹ ਹੂਬਹੂ ਇਹੀ ਆ ਜਿਹੜਾ ਇਹ ਕਾਨੂੰਨ ਪਾਸ ਹੋਇਆ। ਜੀ 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 ਇਸ ਜੀ ਕਰਕੇ ਇਹ ਪ੍ਰਾਈਵੇਟ ਮੰਡੀ ਖੋਲਣਾ, ਡਾਇਰੈਕਟ ਪਰਚੇਸ ਕਰਨਾ, ਟ੍ਰੇਡਿੰਗ ਅਲਾਉ ਕਰਨਾ, ਇੱਕ ਲਾਇਸੈਂਸ ਲੈ ਕੇ ਸਾਰੇ ਪੰਜਾਬ ਦੇ ਵਿੱਚ ਆੜ੍ਹਤੀ ਨੂੰ ਅਲਾਉ ਕਰਨਾ, ਇਹ ਚਾਰੇ ਚੀਜ਼ਾਂ ਦੇਸ਼ ਦੇ ਵਿੱਚ ਕਿਸੇ ਅਸੈਂਬਲੀ ਨੇ ਪਾਸ ਕੀਤੀਆਂ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਹਰਨ ਦੀ ਸਰਕਾਰ ਹੈ ਜਿਹਨੇ 2017 ਚ ਇਹ ਸਾਰਾ ਕੁਝ 3 ਕਾਨੂੰਨ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਲਾਗੂ ਕੀਤਾ ਹੋਇਆ, ਅੱਜ ਦੀ ਤਰੀਕ ਚ ਲਾਗੂ ਹੈ। ਜੀ 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 ਇੱਕ 8 ਮੁੱਖ ਮੰਤਰੀਆਂ ਦੀ ਹਾਈ ਪਾਵਰਡ ਕਮੇਟੀ ਬਣੀ ਜੀ ਇਹਦੇ ਵਾਸਤੇ, ਡਰਾਫਟਿੰਗ ਵਾਸਤੇ, ਜੀ ਉਹਦੇ ਕੈਪਟਨ ਅਮਰਿੰਦਰ ਸਿੰਘ ਮੈਂਬਰ ਸੀਗੇ। ਜੀ 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 ਜਦੋਂ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਫਿਰ ਕੈਬਨਿਟ ਚ ਗਿਆ। ਜਿਸ ਦਿਨ ਕੈਬਨਿਟ ਚ ਗਿਆ ਜੀ ਉਹ ਪਹਿਲੀ ਸਟੇਟ ਸੀ ਜਿੱਥੇ ਅਕਾਲੀ ਦਲ ਦੇ ਨਾਲ ਵਾਸਤਾ ਪੈਂਦਾ, ਔਰ ਉੱਥੇ ਬੀਬਾ ਹਰਸਿਮਰਤ ਕੌਰ ਬਾਦਲ ਨੇ, ਹਾਲੇ ਕਿ ਉਹਨਾਂ ਦੀ ਮਿਨਿਸਟਰੀ ਨਹੀਂ ਸੀ ਜੀ ਉਹਨਾਂ ਨੇ ਉੱਥੇ ਉੱਠ ਕੇ ਕੈਬਨਿਟ ਦੇ ਵਿੱਚ ਇਹਨੂੰ ਰਿਜੈਕਟ ਕੀਤਾ ਕਿ ਪੰਜਾਬ ਦੀ ਕਿਸਾਨੀ ਇਹ ਐਕਸੈਪਟ ਨਹੀਂ ਕਰੂ, ਤੁਸੀਂ ਆਰਡੀਨੈਂਸ ਦਾ ਪਾਸ ਨਾ ਕਰੋ, ਪਹਿਲਾਂ ਇਹਦੇ ਤੇ ਡਿਸਕਸ਼ਨ ਕਰੋ। ਇਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀ ਕਿਸਾਨੀ ਦੇ ਸਾਡੇ ਅਗੇਂਸਟ ਜਾਂਦਾ, ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਾਂ। ਔਰ ਇਹ ਗੱਲ ਜਿਸ ਦਿਨ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਾਰਲੀਮੈਂਟ ਦੀ ਸਪੀਚ ਹੈ, ਜੀ ਕਿਉਂਕਿ ਪ੍ਰੋਸੀਡਿੰਗ ਸੀਕ੍ਰੇਟ ਹੈ, ਉਹ ਕੋਈ ਡਾਕੂਮੈਂਟ ਪੇਸ਼ ਨਹੀਂ ਕਰ ਸਕਦੇ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੋਇਆ ਜੀ। ਲੇਕਿਨ ਜਿਸ ਦਿਨ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਹਾਜ਼ਰੀ 'ਚ, ਸਾਰੀ ਕੈਬਨਿਟ ਦੀ ਹਾਜ਼ਰੀ 'ਚ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਸਾਰੇ ਹੋ, ਤੁਸੀਂ ਦੱਸੋ ਕਿ ਮੈਂ ਉਸ ਦਿਨ ਸਭ ਤੋਂ ਪਹਿਲਾਂ ਮੈਂ ਉੱਠ ਕੇ ਕਿਹਾ ਸੀ ਕਿ ਨਹੀਂ ਕਿ ਗਲਤ ਹੈ। ਜੀ ਇੱਕ ਵੀ ਕਿਸੇ ਦਾ ਜਵਾਬ ਹੈ? ਜਦੋਂ ਆਪਾਂ ਫੇਸ ਦੇ ਉੱਤੇ ਦੂਜਿਆਂ ਦੇ ਕਹਿ ਰਹੇ ਆ ਰੂਲਿੰਗ ਪਾਰਟੀ ਦੇ ਕਿ ਮੈਂ ਹੀ ਇਕੱਲੀ ਉਸ ਵੇਲੇ ਕੈਬਨਿਟ ਦੇ ਵਿੱਚ ਸੀ, ਜੀ ਤਾਂ ਇਸ ਤੋਂ ਵੱਧ ਕਲੈਰਿਟੀ ਕੀ ਹੋਣੀ ਚਾਹੀਦੀ ਹੈ? ਨਾ ਪ੍ਰਾਈਮ ਮਿਨਿਸਟਰ ਨੇ ਉੱਠ ਕੇ ਕਿਹਾ ਕਿ ਤੁਸੀਂ ਝੂਠ ਬੋਲਿਆ, ਨਾ ਕਿਸੇ ਮਿਨਿਸਟਰ ਨੇ ਕਿਹਾ, ਕਿਉਂਕਿ ਸੱਚਾਈ ਸੀ ਜੀ। ਔਰ ਨੈਚੁਰਲ ਤਰੀਕੇ ਨਾਲ ਉਹਨਾਂ ਨੂੰ ਪੋਜ਼ ਕੀਤਾ ਕਿ ਤੁਸੀਂ ਦੱਸੋ ਜਦੋਂ ਕੈਬਨਿਟ ਦੇ ਵਿੱਚ ਆਇਆ ਸੀ ਤੇ ਮੈਂ ਵਿਰੋਧ ਕੀਤਾ ਕਿ ਨਹੀਂ ਕੀਤਾ। ਉਸ ਵੇਲੇ ਸਾਨੂੰ ਇਹ ਸ਼ੋਰ ਕੀਤਾ ਗਿਆ ਸੀ, ਸਾਨੂੰ ਲਿਖ ਕੇ ਵੀ ਦਿੱਤਾ ਗਿਆ ਸੀ ਕਿ ਜਦੋਂ ਪਾਰਲੀਮੈਂਟ ਵਿੱਚ ਜਾਏਗਾ ਇਹ ਚੀਜ਼ਾਂ ਠੀਕ ਕਰ ਦਿੱਤੀਆਂ ਜਾਣ। ਜੀ 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 ਜਦੋਂ ਪਾਰਲੀਮੈਂਟ ਵਿੱਚ ਐਜ਼ ਸੱਚ ਪੇਸ਼ ਕੀਤਾ ਤੇ ਉਸੇ ਦਿਨ ਅਸੀਂ ਕੈਬਨਿਟ ਤੋਂ ਰਿਜ਼ਾਈਨ ਕਰ ਦਿੱਤਾ, ਐਨਡੀਏ ਨਾਲੋਂ ਨਾਤਾ ਤੋਂ। ਜੀ 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 ਇਸ ਤੋਂ ਅੱਜ ਕਲੈਰਿਟੀ ਕੋਈ ਹੋਰ ਹੋ ਨਹੀਂ ਸਕਦੀ ਕਿਸੇ ਗੱਲ। ਰਾਈਟ, ਤੁਸੀਂ ਬੜੇ ਚੰਗੀ ਤਰ੍ਹਾਂ ਆਪਦਾ ਸਟੈਂਡ ਜਿਹੜਾ ਪਾਵਰਡ ਕਮੇਟੀ ਵਿੱਚ ਬੈਠ ਕੇ ਡਰਾਫਟ ਕੀਤਾ ਜੀ, ਜਿਨ੍ਹਾਂ ਨੇ ਪੰਜਾਬ 'ਚ ਲਾਗੂ ਕੀਤਾ ਹੋਇਆ। ਜੀ ਇਹ ਤਾਂ ਹੁਣ ਗੱਲਾਂ ਸਾਰੀਆਂ ਪੇਚੀਦਗੀਆਂ ਹੁੰਦੀਆਂ, ਛੇਤੀ ਕਾਨੂੰਨਾਂ ਦੀ ਸਾਰਿਆਂ ਨੂੰ ਸਮਝ ਵੀ ਨਹੀਂ ਆਉਂਦੀ, ਕਿਉਂਕਿ ਜਿਹੜੇ ਆ ਦਿੱਕਤਾਂ ਗੱਲਾਂ ਹੋਰ ਹੁੰਦੀਆਂ ਨੇ, ਬਾਹਰ ਭਾਸ਼ਣ ਹੋਰ ਹੋ ਜਾਂਦੇ ਆ। ਜੀ ਇਸ ਜੀ ਕਰਕੇ ਜੀ ਤਾਂ ਪੰਜਾਬ 'ਚ ਤਿੰਨੇ ਕਾਲੇ ਕਾਨੂੰਨ 2017 'ਚੋਂ ਲਾਗੂ ਹੈ, ਬਾਕੀ ਦੇਸ਼ ਦੇ ਵਿੱਚ ਹੁਣ ਲਾਗੂ ਹੈ। ਜੀ ਡਾਕਟਰ ਸਾਹਿਬ ਤੁਸੀਂ ਸੇਮ ਨੇ। ਹਾਂਜੀ ਡਾਕਟਰ ਸਾਹਿਬ, ਤੁਸੀਂ ਨਾ ਬਹੁਤ ਚੰਗੀ ਤਰ੍ਹਾਂ ਆਪਦਾ ਸਟੈਂਡ ਕਲੀਅਰ ਕਰ ਰਹੇ ਹੋ, ਬਹੁਤ ਲੋਕਾਂ ਨੂੰ ਵਲਵੇ, ਬਹੁਤ ਕੁਐਸਚਨ ਹੈ, ਤੁਸੀਂ ਸਾਡੇ ਨਾਲ ਇੱਦਾਂ ਹੀ ਬਣੇ ਰਹੋ। ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈ ਰਹੀ ਹੈ ਜੀ। ਕੋਈ ਨਹੀਂ, ਕੋਈ ਨਹੀਂ। ਦਰਸ਼ਕੋ, ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ 'ਚ ਜਸ ਪੰਜਾਬੀ ਤੇ। ਦਰਸ਼ਕੋ, ਮੈਂ ਤੁਹਾਡੇ ਰੂਬਰੂ ਹੁੰਨਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਆਪਣੇ ਨਾਲ ਬਹੁਤ ਹੀ ਮਜ਼ੇਦਾਰ ਮਹਿਮਾਨ ਆਨਰੇਬਲ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ, ਆਪਣੇ ਨਾਲ ਜੁੜੇ ਹੋਏ ਨੇ, ਬਹੁਤ ਸੋਹਣਾ ਐਲਾਬੋਰੇਟ ਕਰ ਰਹੇ ਆਪਦੇ ਸਟੈਂਡ ਨੂੰ। ਆਪਾਂ ਉਹਨਾਂ ਨਾਲ ਫਿਰ ਜੁੜਦੇ ਹਾਂ। ਹਾਂਜੀ ਡਾਕਟਰ ਸਾਹਿਬ,
ਤੁਸੀਂ ਬਹੁਤ ਸੋਹਣਾ ਕਰ ਰਹੇ ਹੋ। ਜਿਹੜੇ ਇੱਥੋਂ ਦੇ NRI ਬੈਲਟ ਆ ਉਹਨਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਕਈ ਗੱਲਾਂ ਦਾ ਜਿਹੜਾ ਨਹੀਂ ਪਤਾ ਹੁੰਦਾ। ਆਪਾਂ ਚੱਲਦੇ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਅਸੀਂ ਸੀਗੇ ਉਹਦੇ ਵਿੱਚ, ਤੇ ਬੀਬਾ ਜੀ ਨੇ ਖੜੇ ਹੋ ਕੇ ਬਹੁਤ ਸੋਹਣਾ ਕਿਹਾ ਕਿ ਮੈਂ ਸਾਰ ਤੋਂ ਪਹਿਲਾਂ ਹੋ ਕੇ ਇਹਨਾਂ ਨੂੰ ਅਪੋਜ਼ ਕਰਦੀ ਹਾਂ। ਆਪਾਂ ਉਸ ਤੋਂ ਬਾਅਦ ਚੱਲਦੇ ਹਾਂ ਕਿ ਸ਼ੁਰੂ ਦੇ ਵਿੱਚ ਸੀਨੀਅਰ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਜੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਇਹਨਾਂ ਨੂੰ ਬੜੇ ਕਿਸਾਨ ਦੇ ਪ੍ਰੋ ਕਿਹਾ ਸੀਗਾ ਕਿ ਇਹ ਬਹੁਤ ਵਧੀਆ, ਕਿ ਉਹਦਾ ਕਾਰਨ ਜਾਣਕਾਰੀ ਉਦੋਂ ਇਨਫ ਨਹੀਂ ਸੀ, ਜਾਂ ਉਹਦਾ ਕੀ ਕਾਰਨ ਹੋ ਸਕਦੇ, ਐਲੈਬੋਰੇਟ ਕਰੋ ਜੀ। ਇੱਕ ਤਾਂ ਇਹ ਹੈ ਕਿ ਹਾਲੇ ਉਦੋਂ ਡਿਸਕਸ਼ਨ ਬਿੱਲ ਦੇ ਉੱਤੇ ਸ਼ੁਰੂ ਹੋਈ ਸੀ ਜੀ। ਦੂਜੀ ਗੱਲ ਹੈ ਕਿ ਅਸੀਂ ਗਵਰਨਮੈਂਟ ਦਾ ਪਾਰਟ ਸੀ ਜੀ। ਮੈਂ ਪਹਿਲੇ ਦੱਸਿਆ ਕਿ ਹਾਲੇ ਜਦੋਂ ਆਰਡੀਨੈਂਸ ਕਲੀਅਰ ਵੀ ਨਹੀਂ ਹੋਇਆ ਤੇ ਜੇ ਕੈਬਨਿਟ ਦੇ ਅੰਦਰ ਹੀ ਅਪੋਜ਼ ਕੀਤਾ ਜੀ, ਤਾਂ ਜੋ ਉਸ ਵੇਲੇ ਜਿਹੜੀ ਪ੍ਰੀਲਿਮਿਨਰੀ ਜਾਣਕਾਰੀ ਦੇ ਮੁਤਾਬਕ ਜੋ ਸਮਝ ਲੱਗੀ ਉਹਦੇ ਆਧਾਰ ਤੇ ਅਪੋਜ਼ ਕਰ ਦਿੱਤਾ। ਲੇਕਿਨ ਉਹਨਾਂ ਨੇ ਸਾਡੇ ਨਾਲ, ਕਿਉਂਕਿ ਜਦੋਂ ਤੁਸੀਂ ਪਾਰਟ ਹੋ ਗਵਰਨਮੈਂਟ ਦਾ ਜੀ, ਇੱਕ ਮਰਿਆਦਾ ਹੈ ਕਿ ਜੋ ਤੁਸੀਂ ਅੰਦਰ ਸਾਰੀ ਗੱਲ ਕਰਦੇ ਹੋ ਤੁਸੀਂ ਹਮੇਸ਼ਾ ਬਾਹਰ ਨਹੀਂ ਕਰਦੇ। ਜੋ ਤੁਹਾਨੂੰ ਭਰੋਸਾ ਦਿੱਤਾ ਗਿਆ ਉਹ ਅਸੀਂ ਆ ਕੇ ਬਾਹਰ ਸ਼ੇਅਰ ਕੀਤਾ ਜੀ, ਕਿ ਸਾਨੂੰ ਉਹਨਾਂ ਨੇ ਦੱਸਿਆ ਕਿ ਚੇਂਜਸ ਜਿਹੜੀਆਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਜਾਏਗਾ ਕਿ ਹਾਲੇ ਆਰਡੀਨੈਂਸ ਆ, ਹੋਰ ਵੀ ਸੁਜੈਸ਼ਨਸ ਆਉ, ਜਦੋਂ ਪਾਰਲੀਮੈਂਟ ਵਿੱਚ ਕਰਾਂਗੇ ਤਾਂ ਉਦੋਂ ਤੱਕ ਇਹਨੂੰ ਸਾਰੇ ਨੂੰ ਠੀਕ ਕਰ ਦਿੱਤਾ ਜਾਏ, ਜਿਹੜੇ ਤੁਹਾਡੇ ਖਦਸ਼ੇ ਠੀਕ ਹੋਣਗੇ। ਵੱਡਾ ਖਦਸ਼ਾ ਉਸ ਵੇਲੇ ਸਟਾਰਟਿੰਗ ਤੇ ਕੋਈ ਸੀ MSP ਦਾ ਜੀ, ਉਹ ਸਾਨੂੰ ਉਹਨਾਂ ਨੇ ਦੇ ਦਿੱਤਾ ਸੀਗਾ। ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਜਦੋਂ ਮੀਟਿੰਗ ਕੀਤੀ ਆ ਆਪਣੇ ਪਾਰਟੀ ਹੈੱਡ ਆਫਿਸ, ਉਹ ਗ੍ਰਾਹਾਂ ਸਾਹਿਬ ਨੂੰ ਵੀ ਬੁਲਾਇਆ, ਦੂਜਿਆਂ ਨੂੰ ਵੀ ਬੁਲਾਇਆ ਜੀ। ਉਹ ਲੈਟਰ ਦੀ ਕਾਪੀ ਸਾਰਿਆਂ ਨੂੰ ਦਿੱਤੀ ਸੀ ਕਿ ਉਹਨਾਂ ਨੇ ਸਾਨੂੰ ਇਹ ਕਿਹਾ ਕਿ MSP ਬੰਦ ਨਹੀਂ ਹੋਊਗੀ। ਆਹ ਰਿਟਰਨ ਉਹਨਾਂ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਹੈ ਜੀ, ਪਰ ਇਹਨਾਂ ਨੇ ਸਾਰਿਆਂ ਨੇ ਉਹ ਐਕਸੈਪਟ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਨਹੀਂ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ, ਅਸੀਂ ਅਸ਼ੋਰੈਂਸ ਤੇ ਨਹੀਂ ਖੜਦੇ, ਅਸੀਂ ਬਿੱਲ ਵਾਪਸ ਚਾਹੁੰਦੇ। ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨੀ ਦੇ ਭਲੇ ਵਾਸਤੇ ਆ, ਅਸੀਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਪਰ ਉਹ ਨਹੀਂ ਐਗਰੀ ਕਰਦੇ। ਉਹਨਾਂ ਦਾ ਤੁਹਾਡੇ ਉੱਤੇ ਭਰੋਸਾ ਨਹੀਂ ਹੈ। ਇਸ ਕਰਕੇ ਬੈਟਰ ਹੈ ਕਿ ਜਦੋਂ ਇਸ ਕਾਨੂੰਨ ਤੋਂ ਬਿਨਾਂ 70 ਸਾਲ ਕੰਮ ਚੱਲ ਗਿਆ ਜੀ ਤੇ ਕਿਸਾਨ ਦੀ ਇਹ ਡਿਮਾਂਡ ਨਹੀਂ ਹੈ ਜਿਸ ਤੇ ਲਾਗੂ ਹੋਣਾ ਉਹ ਮੰਨ ਨਹੀਂ ਰਿਹਾ, ਤੇ ਆਪਾਂ ਧੱਕੇ ਨਾਲ ਕਿਉਂ ਬਣਾ ਰਹੇ ਜੀ? ਤੇ ਤੁਸੀਂ ਇਹਨੂੰ ਡੈਫਰ ਕਰ ਦਿਓ, ਇਹਨੂੰ ਸਿਲੈਕਟ ਕਮੇਟੀ ਨੂੰ ਭੇਜ ਦਿਓ। ਡਾਕਟਰ ਸਾਹਿਬ ਇੱਕ ਮਿੰਟ ਮੈਂ ਸਾਡੇ ਦਰਸ਼ਕਾਂ ਨਾਲ ਕਲੀਅਰ ਕਰ ਰਹਾ, ਇੱਕ ਮਿੰਟ ਮੈਂ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਤੁਹਾਨੂੰ ਸੀਗਾ ਪਤਾ ਪਹਿਲਾਂ ਇਹ ਕਾਨੂੰਨਾਂ ਬਾਰੇ, ਤੁਸੀਂ ਉਹਨਾਂ ਨੂੰ ਇਹ ਕਿਹਾ ਕਿ ਆਹ ਅਮੈਂਡਮੈਂਟਸ ਕਰ ਦਿਓ, ਫਿਰ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਕਿ MSP ਸੀਗਾ ਉਹ ਤੁਹਾਨੂੰ ਰਿਟਰਨ 'ਚ ਦੇਣ ਨੂੰ ਤਿਆਰ ਹੈ, ਤੇ ਉਹ ਕਿਸਾਨ ਜਥੇਬੰਦੀਆਂ ਨੂੰ ਐਕਸੈਪਟ ਨਹੀਂ ਹੋਇਆ, ਤੇ ਤੁਸੀਂ ਵਾਪਸ ਜਾ ਕੇ ਫਿਰ ਕਿਹਾ ਵੀ ਉਹਨਾਂ ਨੂੰ ਉਹ ਮਨਜ਼ੂਰ ਨਹੀਂ ਹੈ ਤੇ ਤੁਸੀਂ ਹੁਣ ਇਹ ਵਾਪਸ ਲੈ ਲਓ। ਐਮ ਆਈ ਕਲੀਅਰ? ਇਹੀ ਗੱਲ ਹੋਈ ਜੀ? ਬਿਲਕੁਲ 100%। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿ ਰਹੇ ਹੋ ਉਹਦੇ ਭਲੇ ਵਾਸਤੇ, ਜਿਹਦੇ ਭਲੇ ਵਾਸਤੇ ਆ ਜੀ, ਜਦੋਂ ਉਹ ਕਹਿੰਦਾ ਕਰਨਾ ਭਲਾ ਨਹੀਂ ਹੋਣਾ, ਇਹ ਮੇਰੇ ਅਗੇਂਸਟ ਹੈ, ਤੇ ਸਾਨੂੰ ਇਹੋ ਜਿਹਾ ਕਾਨੂੰਨ ਬਣਾਉਣ ਦਾ ਕੋਈ ਲਾਭ ਨਹੀਂ। ਦੂਜੀ ਗੱਲ ਹੈ ਕਿ ਇਸ ਕਾਨੂੰਨ ਤੋਂ ਨਾਲ ਕੋਈ ਆਪਣਾ ਕੰਮ ਨਹੀਂ ਖੜਿਆ ਜੀ, ਕਿ ਜਦੋਂ ਕਿਸੇ ਪਾਰਟ ਨਹੀਂ ਹੈ, ਜਿਹੜਾ ਸਟੇਕ ਹੋਲਡਰ ਹੈ ਉਹ ਚਾਹੁੰਦਾ ਨਹੀਂ ਇਹ ਲਾਗੂ ਹੋਵੇ, ਤੇ ਤੁਸੀਂ ਇਹਨੂੰ ਸਿਲੈਕਟ ਕਮੇਟੀ ਨੂੰ ਭੇਜ ਦਿਓ, ਇੱਥੇ ਹਾਲੇ ਡਿਸਕਸ਼ਨ ਕਰੋ, ਤੇ ਤੁਸੀਂ ਐਸ ਸੱਚ ਇਹਨੂੰ ਪਾਰਲੀਮੈਂਟ ਵਿੱਚ ਪਾਸ ਨਾ ਕਰਾਓ ਜੀ ਜੀ ਜੀ। ਇੱਥੇ ਕਿ ਉਹਨਾਂ ਦੀ ਜਿਹੜੀ ਐਰੋਗੈਂਸ ਕਹਿ ਲਓ, ਕਿ ਉਹ ਉਹਨਾਂ ਦੀ ਜਿੱਦ ਕਹਿ ਲਓ, ਕਿ ਉਹ ਕਹਿੰਦੇ ਕਿ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਜੀ। ਅਸੀਂ ਕਿਹਾ ਜੇ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੈ ਫਿਰ ਅਸੀਂ ਅੱਜ ਕੈਬਨਿਟ ਛੱਡ ਰਹੇ ਹਾਂ, ਅਸੀਂ ਇਹਦਾ ਜਦੋਂ ਪਾਰਲੀਮੈਂਟ ਵਿੱਚ ਪੇਸ਼ ਹੋਇਆ ਤਾਂ ਵਿਰੋਧ ਕਰਾਂਗੇ। ਔਰ ਓਪਨਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੜ ਕੇ ਪਹਿਲੇ ਦਿਨ ਵਿਰੋਧ ਕੀਤਾ ਜੀ ਜੀ, ਨਾਲ ਦੀ ਨਾਲ ਕੈਬਨਿਟ ਤੋਂ ਅਸੀਂ ਰਿਜ਼ਾਈਨ ਕੀਤਾ ਜੀ ਜੀ ਜੀ। ਇਸ ਕਰਕੇ ਡਿਸਕਸ਼ਨ ਦੇ ਸਟੇਜ ਤੇ ਗੱਲ ਹੁੰਦੀ ਹੈ, ਜਦੋਂ ਤੁਸੀਂ ਪਾਰਟਨਰ ਹੋ ਸਰਕਾਰ ਦੇ ਵਿੱਚ, ਤੁਸੀਂ ਜਿਹੜਾ ਆਪਣਾ ਉਹ ਫਰਜ਼ ਜਿਹੜਾ ਸੀ ਕਿ ਇਹ ਨਾ ਟੁੱਟੇ ਗੱਲ, ਇਹਨਾਂ ਦੀ ਗੱਲ ਕਿਸਾਨਾਂ ਨੂੰ ਕਨਵੇ ਹੋ ਜਾਏ, ਕਿਸਾਨਾਂ ਦੀ ਗੱਲ ਇਹਨਾਂ ਨੂੰ ਕਨਵੇ ਹੋ ਜਾਵੇ, ਉਹ ਰੋਡ ਅਸੀਂ ਉਸ ਦੇ ਦੌਰਾਨ ਕੀਤਾ ਜੀ, ਉਹ ਸਾਡਾ ਬਣਦਾ ਸੀ। ਜਦੋਂ ਅਸੀਂ ਫੈਸਲਾ ਲੈ ਲਿਆ ਫਿਰ ਕਿ ਨਹੀਂ ਇਹ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਤਾਂ ਸਾਡਾ ਵਿੱਚ ਰਹਿਣਾ ਠੀਕ ਨਹੀਂ ਹੈ, ਅਸੀਂ ਪਹਿਲਾਂ ਗਵਰਨਮੈਂਟ ਛੱਡੀ ਹੈ ਫਿਰ ਬਾਹਰ ਆ ਕੇ ਪੁੱਛ ਜੀ ਜੀ ਜੀ। ਡਾਕਟਰ ਸਾਹਿਬ ਮੈਂ ਦੇਖਿਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਜੀ ਨੂੰ ਪਾਰਲੀਮੈਂਟ ਦੇ ਬਾਹਰ ਖੜੇ ਹੋਏ, ਤੇ ਮੈਂ ਗੰਗਾਨਗਰ ਨਾਲ ਬਿਲੋਂਗ ਕਰਦਾ, ਸਾਡੇ ਉੱਥੋਂ ਦੇ MP ਨੇ ਲੋਕਤੰਤਰਿਕ ਪਾਰਟੀ ਦੇ ਹਨੂਮਾਨ ਬੈਨੀਵਾਲ ਜੀ, ਉਹ ਵੀ ਉਹਨਾਂ ਦੇ ਨਾਲ ਖੜੇ ਸੀਗੇ, ਤੇ ਮੈਂ ਉਹ ਪੂਰੀ ਕਲਿੱਪਿੰਗ ਦੇਖੀ ਜੀ, ਅਸੀਂ ਚਲਾਈ ਵੀ ਸੀਗੀ ਉਹ। ਤੇ ਚੀਮਾ ਸਾਹਿਬ ਆਪਾਂ ਹੁਣ ਉਹ ਤੁਸੀਂ ਬੜਾ ਸੋਹਣਾ ਐਲੈਬੋਰੇਟ ਕਰਤਾ ਕਿ ਆ ਸਾਡਾ ਸਟੈਂਡ ਸੀ ਸ਼ੁਰੂ ਦੇ ਵਿੱਚ, ਫਿਰ ਅਸੀਂ ਆਹ ਚ ਆਇਆ, ਫਿਰ ਉਹਨਾਂ ਨਾਲ ਗੱਲ ਕੀਤੀ, ਜੋ ਵੀ ਤੁਸੀਂ ਬੜਾ ਸੋਹਣਾ ਕਲੀਅਰ ਕੀਤਾ। ਹੁਣ ਆਪਾਂ ਇਹਨੂੰ ਛੱਡ ਕੇ ਇੱਕ ਤੁਹਾਡੇ ਤੋਂ ਮੈਂ ਕਲੀਅਰ ਮੰਗਣਾ ਚਾਹੁੰਦਾ ਕਿ ਇਹ ਜਿਹੜੀ APMC ਮੰਡੀ ਐਕਟ ਹੈ, ਆਪਾਂ ਐਸੈਂਸ਼ੀਅਲ ਕਮੋਡਿਟੀ ਤੇ ਉਹਨੂੰ ਵੀ ਛੱਡ ਦਿੰਨੇ ਆ ਤੇ ਕੰਟਰੈਕਟ ਫਾਰਮਿੰਗ ਨੂੰ ਵੀ ਛੱਡ ਦਿੰਨੇ ਆ, ਆਪਾਂ ਉਹਨੇ APMC ਮੰਡੀ ਐਕਟ ਤੇ ਮੰਨ ਲਓ ਅੱਜ ਗਵਰਨਮੈਂਟ MSP ਦੇ ਕੇ ਜਾਂ ਉਤੋਂ 100-200 ਰੁਪਇਆ ਉੱਪਰ ਕੁਆਂਟਲ ਭਾਅ ਦੇ ਕੇ ਕਿਸੇ ਫਸਲ ਦਾ ਖਰੀਦ ਲੈਂਦੀ ਹੈ, ਪ੍ਰਾਈਵੇਟ ਪਾਰਟੀ ਆ ਕੇ ਲੈ ਜਾਂਦੀ ਹੈ ਉਸਨੂੰ, ਤੇ ਉਸ ਤੋਂ ਬਾਅਦ ਉਹ APMC ਮੰਡੀ ਵਾਲੇ ਜਿਹੜੇ ਆੜਤੀ, ਤੁਸੀਂ ਵੀ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਪਿੱਛੋਂ ਬਿਲੋਂਗ ਕਰਦੇ,
ਇੱਕ ਉਹ ਆੜਤੀਆ ਕਿੱਥੇ ਜਾਊਗਾ, ਆੜਤੀ ਮੰਡੀ 'ਚ ਕੰਮ ਕਰਨ ਵਾਲਾ ਜਿਹੜੇ ਕਰਮਚਾਰੀ ਉਹ ਕਿੱਥੇ ਜਾਣਗੇ, ਚੁੰਗੀ ਵਾਲੇ ਜੋ ਵੀ ਮਿਡਲਮੈਨ ਆ ਚਾਹੇ ਥੋੜੀ, ਤੇ ਦੂਸਰਾ ਜਿਹੜਾ ਰਾਤ ਨੂੰ ਰਾਤ ਬਰਾਤੇ ਇੱਕ ਜ਼ਿਮੀਦਾਰ ਨੂੰ ਲੋੜ ਪੈਂਦੀ ਆੜਤੀ ਦੀ 100 ਤਰ੍ਹਾਂ ਦੀਆਂ ਪਰਿਵਾਰਕ ਲੋੜਾਂ ਹੁੰਦੀਆਂ, ਉਸ ਫੈਕਟਰ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਸਰ? ਨਹੀਂ ਦੇਖੋ, ਗੱਲ ਇਹ ਹੈ ਕਿ ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਕਿਸਾਨੀ ਵਾਸਤੇ। ਇੱਕ ਤਾਂ ਐਮਐਸਪੀ, ਪਰ ਕੱਲੀ ਐਮਐਸਪੀ ਨਾਲ ਵੀ ਕੋਈ ਫਾਇਦਾ ਨਹੀਂ ਜੀ। ਐਮਐਸਪੀ ਅੱਗੇ ਜਿਹੜੀ ਹੈ 23-24 ਫਸਲਾਂ ਦੀ ਗਵਰਨਮੈਂਟ ਅਨਾਉਂਸ ਕਰਦੀ ਹੈ ਜੀ, ਖਰੀਦਦੀ ਸਿਰਫ 3 ਹੈ, ਜਾਂ ਕਣਕ ਖਰੀਦਦੀ, ਜਾਂ ਝੋਨਾ ਖਰੀਦਦੀ, ਜਾਂ ਥੋੜੀ ਬਹੁਤੀ ਕਪਾਹ ਖਰੀਦਦੀ ਹੈ ਜੀ, ਬਾਕੀ ਚੀਜ਼ਾਂ ਨਹੀਂ ਹੈ। ਇਸ ਕਰਕੇ ਐਮਐਸਪੀ ਦੇ ਨਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਅਸ਼ੋਰਡ ਪ੍ਰੋਕਿਉਰਮੈਂਟ, ਕਿ ਜਿਹੜੀ ਤੁਸੀਂ ਐਮਐਸਪੀ ਜੀ 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 ਦੇ ਰਹੇ ਹੋ ਉਸ ਰੇਟ ਦੇ ਉੱਤੇ ਸਰਕਾਰ ਆਪ ਚੁੱਕੇ, ਜੇ ਹੋਰ ਕੋਈ ਨਹੀਂ ਚੁੱਕਦਾ ਜੀ। ਇਹ ਅਸ਼ੋਰਡ ਪ੍ਰੋਕਿਉਰਮੈਂਟ ਗਵਰਨਮੈਂਟ ਨਾਲ ਨਹੀਂ ਦਿੰਦੀ, ਤੇ ਐਮਐਸਪੀ ਦਾ ਕੀ ਹੈ, ਮੈਂ ਭਾਅ ਨਾਲ ਮੈਂ ਐਲਾਨ ਕਰਦਾ ਉੱਤੇ ਕੋਈ ਖਰੀਦੇ ਨਾ ਖਰੀਦੇ, ਮੈਂ ਇਲੈਕਸ਼ਨ ਆਪ ਵੀ ਵੱਧ ਵੀ ਲਾ ਦੂੰਗਾ ਜੀ, ਮੈਨੂੰ ਕੀ ਫਰਕ ਪੈਂਦਾ, 100 ਰੁਪਏ ਕੁਇੰਟਲ ਵਧਾ ਦਿਓ, ਵੀ ਮੈਂ ਤਾਂ ਸਰਕਾਰ ਦੇ ਬੱਲੇ ਬੱਲੇ ਹੋ ਜੇ। ਜੇ ਥੱਲੇ ਕਿਸੇ ਨੇ ਖਰੀਦਿਆ ਨਾ, ਜ਼ਿੰਮੇਵਾਰੀ ਸਰਕਾਰ ਦੀ ਇਸ ਗੱਲ ਤੇ ਹੁੰਦੀ ਹੈ ਕਿ ਤੁਸੀਂ ਜਿਹੜੀ ਜੋ ਭਾਅ ਐਲਾਨਿਆ ਜੀ, ਜੇ ਰਿਜ਼ਰਵ ਬੈਂਕ ਨੋਟ ਛਾਪਦੀ ਹੈ ਤੇ ਨਾਲ ਉਹਦੇ ਤੇ ਇੰਸ਼ੋਰੈਂਸ ਵੀ ਤਾਂ ਹੈ ਨਾ ਕਿ ਜਦੋਂ ਮੇਰੇ ਕੋਲ ਲੈ ਕੇ ਆਓਗੇ ਮੈਂ ਤੁਹਾਨੂੰ ਇੰਨੇ ਪੈਸੇ ਦਊਂਗਾ ਜੀ, ਤਾਂ ਹੀ ਉਸ ਨੋਟ ਦੀ ਵੈਲਿਊ ਆ ਜੀ ਜੀ। ਤੇ ਜੇ ਉਹ ਨੋਟ ਛਾਪੀ ਜਾਵੇ ਤੇ ਉਸ ਨੋਟ ਨੂੰ ਥੱਲੇ ਕੋਈ ਦੂਜਾ ਲਵੇ ਨਾ, 100 ਦੇ ਨੋਟ ਨੂੰ ਕੋਈ ਕੁਝ ਲਵੇ ਨਾ, ਉਹਦਾ ਤਾਂ ਫਾਇਦਾ ਤਾਂ ਕੋਈ ਨਹੀਂ। ਬਿਲਕੁਲ ਜੀ, ਬਿਲਕੁਲ ਜੀ। ਇਸ ਕਰਕੇ ਇਹ ਜਿਹੜੀ ਟੈਕਨੀਕਲ ਪੁਆਇੰਟ ਹੈ ਕਿ ਐਮਐਸਪੀ ਦੀ ਕੋਈ ਵੈਲਿਊ ਨਹੀਂ। ਐਮਐਸਪੀ ਦੀ ਵੈਲਿਊ ਤਾਂ ਹੈ ਜੇ ਐਮਐਸਪੀ ਦੇ ਨਾਲ ਗਵਰਨਮੈਂਟ ਖਰੀਦ ਨੂੰ ਇਨਸ਼ੋਰ ਕਰੇ ਜੀ, ਕਿ ਕੰਪੀਟੀਸ਼ਨ ਹੈ। ਜੇ ਮਾਰਕੀਟ 'ਚ ਕੋਈ ਵੱਧ ਖਰੀਦਦਾ ਠੀਕ ਹੈ, ਜੇ ਨਹੀਂ ਕੋਈ ਖਰੀਦਦਾ ਉਦੋਂ ਵੱਧ ਐਮਐਸਪੀ ਤੋਂ, ਤੇ ਫਿਰ ਗਵਰਨਮੈਂਟ ਐਮਐਸਪੀ ਤੋਂ ਉਹਨੂੰ ਖਰੀਦੇ ਜੀ 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 ਜੀ। ਮਾਰਕੀਟ 'ਚ ਕੋਈ ਉਸ ਤੋਂ ਘੱਟ ਨਾ ਖਰੀਦ ਸਕੇ ਜੀ, ਇਹ ਗੱਲ ਹੋਏਗੀ, ਫਿਰ ਤਾਂ ਗੱਲ ਜਿਹੜੀ ਹੈਗੀ ਹੈ, ਫਿਰ ਤਾਂ ਗੱਲ ਕਿਸਾਨੀ ਦਾ ਫਾਇਦਾ ਹੋ ਸਕਦਾ ਜੀ। ਹੁਣ ਵੀ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਆ ਉਹ ਇਸੇ ਪਾਸੇ ਜੀ, ਪਹਿਲਾਂ ਬਹੁਤ ਫਸਲਾਂ ਦੀਆਂ ਇਹਨਾਂ ਨੇ ਇਨਕਲੂਡ ਕੀਤਾ ਹੋਇਆ ਐਮਐਸਪੀ ਦੇ ਵਿੱਚ, ਲੇਕਿਨ ਰਸਮੀ ਕਾਰਵਾਈ ਹੁੰਦੀ ਹੈ, ਕੈਬਨਿਟ ਪਾਸ ਕਰਕੇ ਐਮਐਸਪੀ ਪਾਸ ਕਰ ਦਿੰਦੀ ਹੈ। ਹੁਣ ਦੇਖੋ ਉਹਨਾਂ ਦੀ ਖਰੀਦ ਕਿੰਨੀ ਕੁ ਹੁੰਦੀ ਹੈ, ਖਰੀਦ ਬਹੁਤ ਥੋੜੀ ਹੁੰਦੀ ਹੈ ਜੀ। ਈਵਨ ਤੇ ਝੋਨੇ ਦੀ ਖਰੀਦ ਵੀ ਜਿਹੜੀ ਹੈ ਸਾਡੇ ਪੰਜਾਬ 'ਚ ਹੁੰਦੀ ਹੈ, ਹਰਿਆਣੇ 'ਚ ਹੁੰਦੀ ਹੈ, ਤੇ ਕੁਝ ਵੈਸਟਰਨ ਯੂਪੀ 'ਚ ਹੁੰਦੀ ਹੈ, ਜੀ, ਬਾਕੀ ਥਾਵਾਂ ਤੇ ਵੀ ਕੋਈ ਨਹੀਂ ਹੁੰਦੀ, ਕਿਉਂਕਿ ਗਵਰਨਮੈਂਟ ਸਿਰਫ ਉਹਨਾਂ ਖਰੀਦਦੀ ਹੈ ਜਿੰਨਾ ਉਹਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਉਹਨੇ ਵੰਡਣੀ ਹੈ। ਜੀ ਜੀ, ਜਿਹੜੀ ਰੇਟ ਤੇ ਗਰੀਬਾਂ ਨੂੰ ਦੇਣੀ ਹੈ ਗਵਰਨਮੈਂਟ ਉਹਨੇ ਖਰੀਦਦੀ ਹੈ, ਉਸ ਤੋਂ ਬਾਅਦ ਗਵਰਨਮੈਂਟ ਖਰੀਦਦੀ। ਜੀ ਜੀ ਜੀ। ਪਰ ਡਾਕਟਰ ਸਾਹਿਬ ਬਸ ਆਪਾਂ ਲਾਸਟ ਕੁਐਸਚਨ ਰੱਖਣਾ ਇਹਦੇ ਉੱਤੇ, ਉਸ ਤੋਂ ਬਾਅਦ ਆਪਾਂ ਅਗਲੇ ਸਬਜੈਕਟ ਵੱਲ ਮੂਵ ਕਰਾਂਗੇ। ਜੇ ਮੰਨ ਲਓ ਜੋ ਮੈਂ ਪਹਿਲਾਂ ਕਿਹਾ ਸੀਗਾ ਤੇ ਉਹਦੇ ਵਿੱਚ ਆੜਤੀਏ ਜਿਹੜੇ ਉਹ ਖਤਮ ਹੋ ਜਾਂਦੇ ਆ, ਉਹ ਤਾਂ ਬਿਜ਼ਨਸ ਕਲਾਸ ਕਮਿਊਨਿਟੀ ਆ, ਕੋਈ ਹੋਰ ਬਿਜ਼ਨਸ ਖੜਾ ਕਰ ਲੈਣਗੇ, ਪਰ ਜਿਹੜੇ ਛੋਟੇ ਜ਼ਿਮੀਂਦਾਰਾਂ ਜਾਂ ਕਿਸੇ ਵੀ ਜ਼ਿਮੀਂਦਾਰਾਂ ਦਾ ਰਾਤ ਬਰਾਤੇ ਜਿਹੜੀ ਲੋੜ ਹੁੰਦੀ ਹੈ, ਉਹਦਾ ਜਿਹੜਾ ਏਟੀਐਮ ਕਹਿੰਦੇ, ਤੁਸੀਂ ਸੁਣਿਆ ਹੋਣਾ ਮਹਿਰੂਮ ਸੁਸ਼ਮਾ ਸਵਰਾਜ ਜੀ ਦਾ ਇੱਕ ਭਾਸ਼ਣ ਸੀਗਾ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਕਿ ਏਟੀਐਮ ਹੁਣ ਚੱਲਿਆ, ਪਰ ਜ਼ਿਮੀਂਦਾਰਾਂ ਦਾ ਜਿਹੜਾ ਏਟੀਐਮ ਹੈ ਉਹ ਪਿਛਲੇ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ, ਖਾਸ ਕਰਕੇ ਜਿਹੜੇ ਪੰਜਾਬ ਹਰਿਆਣਾ ਦੀ ਬੈਲਟ ਹੈ, ਉਹ ਏਟੀਐਮ ਆੜਤੀ ਹੈ। ਜੇ ਉਹ ਨਾ ਹੋਊਗਾ ਅਵੇਲੇਬਲ, ਜ਼ਿਮੀਂਦਾਰਾਂ ਨੂੰ ਕਿਤੇ ਨਾ ਕਿਤੇ ਦਿੱਕਤ ਆਊਗੀ, ਤੁਹਾਨੂੰ ਕੀ ਲੱਗਦਾ ਜੀ? ਪਹਿਲੀ ਤਾਂ ਗੱਲ ਹੈ ਇਹਨਾਂ ਨੇ ਜਿਹੜਾ ਨਾਮ ਯੂਜ਼ ਕੀਤਾ ਨਾ ਵਿਚੌਲੀਆ, ਵਿਚੌਲੀਆ ਟਰਮ ਹੀ ਗਲਤ ਹੈ। ਗਲਤ ਹੈ ਜੀ। ਜੀ, ਇਟਲੀ ਤੋਂ ਫੈਸਿਲਿਟੇਟਰ ਹੈ। ਇੱਕ ਤਾਂ ਦੇਖੋ ਉਹਨੇ ਜਿਹੜੇ ਮਾਰਕੀਟ ਦੇ ਵਿੱਚ ਜਿਹੜੀ ਹੈ ਲੋਡਿੰਗ ਅਨਲੋਡਿੰਗ, ਉਹਦੀ ਸਫਾਈ ਕਰਨੀ, ਉਹਦੀ ਵੇਟ ਕਰਨਾ, ਉਹਦੀ ਜਿਹੜੀ ਹੈ ਸਾਰਾ ਕੁਝ ਹਿਸਾਬ ਕਿਤਾਬ ਕਰਨਾ, ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਜੀ। ਗੱਲ ਕੱਲੀ ਇਹ ਕਿ ਉੱਥੇ ਆਉਂਦਾ, ਉਹਦੀ ਜ਼ਿੰਮੇਵਾਰੀਆਂ ਬੜੀਆਂ ਨੇ, ਉਹ ਲੇਬਰ ਅਰੇਂਜ ਕਰਕੇ ਰੱਖਦਾ, ਟਾਈਮਲੀ ਜ਼ਿਮੀਂਦਾਰ ਨੂੰ ਵਿਹਲਾ ਕਰਦਾ। ਇਹ ਕਿੰਨੀਆਂ ਚੀਜ਼ਾਂ ਨੇ, ਜਿਹੜੇ ਸਟੈਪਸ ਨੇ ਛੋਟੇ ਛੋਟੇ, ਜਿਹਦੀ ਉਹ ਲੇਬਰ ਲੈਂਦਾ ਹੈ ਕਿ ਇਹ ਲੋਡਿੰਗ ਦੀ, ਅਨਲੋਡਿੰਗ ਦੀ, ਸਫਾਈ ਕਰਾਉਣ ਦੀ, ਉਹਨੂੰ ਬੋਰੀ ਦੇ ਵਿੱਚ ਪਾਉਣ ਦੀ, ਬੋਰੀ ਨੂੰ ਸੀਲ ਕਰਨ ਦੀ, ਸਾਰਾ ਕੁਝ ਕਿੰਨੀਆਂ ਸਰਵਿਸਿਜ਼ ਨੇ। ਬੇਸਿਕਲੀ ਉਹ ਸਰਵਿਸ ਪ੍ਰੋਵਾਈਡਰ ਹੈ, ਫੈਸਿਲਿਟੇਟਰ ਹੈ। ਇਹਨਾਂ ਨੇ ਇੱਕ ਪੋਲੀਟੀਕਲੀ ਉਹਨੂੰ ਬਦਨਾਮ ਕਰਨ ਵਾਸਤੇ ਵਰਡ ਯੂਜ਼ ਕਰਤਾ ਵਿਚੋਲੀਆ। ਵਿਚੋਲੀਆ ਤਾਂ ਹੋਇਆ ਨਾ ਵੀ ਜੇ ਜ਼ਿਮੀਂਦਾਰ ਕੋ 1500 ਖਰੀਦ ਕੇ ਸਰਕਾਰ ਨੂੰ ਕੋਈ 1800 ਤੇ ਵੇਚਦਾ ਜਾਂ 2000 ਤੇ ਵੇਚਦਾ ਜੀ, ਉਹ ਤਾਂ ਸਿਰਫ ਜੋ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਉਹਦੀ ਪਰ ਕੁਇੰਟਲ ਦੇ ਹਿਸਾਬ ਨਾਲ ਜੋ ਉਹਦਾ ਫਿਕਸ ਆ, ਉਹਦੇ ਸਰਵਿਸ ਚਾਰਜ ਲੈ ਰਿਹਾ ਜੀ ਜੀ ਜੀ। ਪਰ ਉਹ ਸਰਵਿਸ ਚਾਰਜ ਤੁਹਾਨੂੰ ਕਿਸੇ ਨਾ ਕਿਸੇ ਨੂੰ ਦੇਣੇ ਪੈਣਗੇ ਜੀ 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 ਜੀ। ਜ਼ਿਮੀਂਦਾਰ ਤਾਂ ਹੁਣ ਸਿੱਧਾ ਸਾਰੀਆਂ ਚੀਜ਼ਾਂ ਕਰਕੇ ਨਹੀਂ ਲਿਆ ਸਕਦਾ। ਉਹ ਫਸਲ ਲੈ ਕੇ ਆ ਰਿਹਾ, ਜੇ ਉਹ ਗਿੱਲੀ ਆ ਉਹਨੂੰ ਉੱਥੇ ਫੜ ਦੇ ਵਿੱਚ ਸੁਕਾਉਣਾ, ਸਾਫ਼ ਕਰਨਾ, ਛਾਨਣਾ ਲਾਉਣਾ, ਪੱਖਾ ਲਾਉਣਾ, ਸਾਰੀਆਂ ਚੀਜ਼ਾਂ ਇਹ ਕੋਈ ਨਾ ਕੋਈ ਬੰਦਾ ਲੈ ਕੇ ਰੱਖੂਗਾ, ਤਰਪਾਲਾਂ ਲੈ ਕੇ ਰੱਖੂਗਾ ਕਿ ਜੇ ਕਿਤੇ ਅਚਾਨਕ ਮੌਸਮ ਆ ਗਿਆ, ਖਰਾਬ ਹੋ ਗਿਆ ਤੇ ਉਹਦੀ ਫਸਲ ਭਿੱਜੇ ਨਾ ਜੀ। ਇਸ ਕਰਕੇ ਇਹ ਸਰਵਿਸ ਜੇ ਉਹ ਨਹੀਂ ਪ੍ਰੋਵਾਈਡ ਕਰੂਗਾ ਕੋਈ ਹੋਰ ਕਰੂਗਾ, ਜਿਹੜਾ ਵੀ ਕਰੂਗਾ ਤੁਹਾਨੂੰ ਉਹਦੇ ਪੈਸੇ ਦੇਣੇ ਪੈਣਗੇ ਜੀ ਜੀ। ਇਸ ਕਰਕੇ ਇਹਨਾਂ ਨੇ ਤੇ ਪੋਲੀਟੀਕਲੀ ਉਹਨੂੰ ਡਾਊਨ ਕਰਨ ਵਾਸਤੇ ਨਾਮ ਦੇ ਦਿੱਤਾ ਵਿਚੌਲੀਆ। ਉਹ ਤਾਂ ਉਹਦੀ ਇਨਸਲਟ ਕਰਨ ਵਾਲੀ ਗੱਲ ਆ, ਰਾਦਰ ਉਹ ਸਰਵਿਸ ਪ੍ਰੋਵਾਈਡਰ ਹੈ, ਫੈਸਿਲਿਟੇਟਰ ਹੈ, ਉਹਦੇ ਉਹਨਾਂ ਨੂੰ ਚਾਰਜਸ ਤੇ ਕੋਈ ਇਤਰਾਜ਼ ਹੋ ਸਕਦਾ, ਉਹ ਨੈਗੋਸ਼ੀਏਟ ਕਰ ਲੈਣ।
ਜੀ ਜੀ ਇਹ ਡਾਕਟਰ ਸਾਹਿਬ ਇਹ ਪਰਸਨਲੀ ਮੈਨੂੰ ਵੀ ਹਰਟ ਕੀਤਾ ਜੀ, ਕਿਉਂਕਿ ਮੇਰੇ ਪੜਦਾਦਾ ਜੀ ਦੇ ਟਾਈਮ ਤੋਂ ਸਾਡੀ ਆੜ ਦੀ ਦੁਕਾਨ ਅੱਜ ਵੀ ਹੈ ਉੱਥੇ ਜੀ। ਆਪਾਂ ਉਹ ਹਾਂਜੀ ਹਾਂਜੀ ਕੰਟੀਨਿਊ। ਔਰ ਦੂਜਾ ਪੱਖ ਹੈ ਕਿ ਉਹ ਜਿਹੜਾ ਹੈਗਾ ਏਟੀਐਮ ਵਾਲਾ, ਕਿ ਉਹ 12 ਮਹੀਨੇ ਜਿਹੜਾ ਹੈਗਾ ਉਹ ਕਿਸਾਨ ਦੀ ਲੋੜ ਪੂਰੀ ਕਰਦਾ ਜੀ, ਆਪਣਾ ਉਹ ਰਿਸ਼ਤਾ ਬਣਿਆ ਹੁੰਦਾ। ਕੱਲਾ ਏਟੀਐਮ ਵਾਲੀ ਗੱਲ ਨਹੀਂ, ਇੱਥੇ ਤਾਂ ਇਦਾਂ ਦਾ ਰਿਸ਼ਤਾ ਬਣਿਆ ਹੁੰਦਾ ਕਿ ਜ਼ਿਮੀਂਦਾਰ ਦਾ ਬੰਦਾ ਬਿਮਾਰ ਹੁੰਦਾ, ਹਸਪਤਾਲ ਜਾਂਦਾ ਤੇ ਆੜ੍ਹਤੀਆ ਤੇਰਾ ਪਿੱਛੇ ਹਸਪਤਾਲ ਪੈਸੇ ਲੈ ਕੇ ਪਹੁੰਚਦਾ ਜੀ ਜੀ, ਉਹਨੂੰ ਟੈਲੀਫੋਨ ਕਰਕੇ ਉਹ ਹਸਪਤਾਲ ਨੂੰ ਚੱਲ ਪੈਂਦਾ ਕਿ ਮੈਂ ਫਲਾਣਾ ਬਿਮਾਰ ਹੋ ਗਿਆ, ਉਹ ਵਿਚਾਰਾ ਪਿੱਛੇ ਪੈਸੇ ਲੈ ਕੇ ਹਸਪਤਾਲ ਪਿੱਛੇ ਪੈਸੇ ਲੈ ਕੇ ਉਹਦੇ ਨਾਲ। ਜੀ ਜੀ ਜੀ, ਇਸ ਲਈ ਚੀਜ਼ਾਂ ਗਲਤ ਤਰੀਕੇ ਨਾਲ ਪੇਸ਼ ਜਿਹੜੀਆਂ ਗਵਰਨਮੈਂਟ ਵੱਲੋਂ ਕੀਤੀਆਂ ਜਾ ਰਹੀਆਂ, ਜਿਹੜੀਆਂ ਵੈਸੇ ਹਰਟ ਕਰਦੀਆਂ। ਜੀ 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 ਜੀ, ਜੇ ਤੁਹਾਨੂੰ ਕੋਈ ਚਾਰਜਸ ਦੇ ਉੱਤੇ ਦਿੱਕਤ ਹੈ, ਟਰਾਂਸਪੋਰਟ ਦੇ ਚਾਰਜਸ ਦੇ ਉੱਤੇ ਦਿੱਕਤ ਹੈ, ਉਹ ਚੀਜ਼ਾਂ ਨੈਗੋਸ਼ੀਏਟ ਹੋ ਸਕਦੀ। ਰਾਈਟ ਰਾਈਟ, ਗਵਰਨਮੈਂਟ ਆਲਟਰਨੇਟਿਵ ਮਾਡਲ ਦਵੇ ਕਿ ਇਹਨਾਂ ਲੈਣ ਨੂੰ ਤਿਆਰ ਹੈ, ਤੁਸੀਂ ਕਰ ਲਓ। ਉਹ ਚੀਜ਼ਾਂ ਉਹਨਾਂ ਨਾਲ ਬੈਠ ਕੇ ਕਰਨੀ ਚਾਹੀਦੀਆਂ, ਲੇਕਿਨ ਉਹਨੂੰ ਵਿਚੋਲੀਆ ਕਹਿ ਕੇ ਉਹਨੂੰ ਬਦਨਾਮ ਕਰਨਾ, ਇਹਨੂੰ ਸਿਸਟਮ ਦੇ ਵਿੱਚੋਂ ਕੱਢਣਾ। ਬੇਸਿਕਲੀ ਜਿਹੜੀ ਅਸਲੀ ਜਿਹੜੀ ਮਾਨਸਿਕਤਾ ਹੈ ਗਵਰਨਮੈਂਟ ਦੀ, ਕਿ ਗਵਰਨਮੈਂਟ ਔਰ ਐਫਸੀਆਈ ਇਹ ਹੌਲੀ ਹੌਲੀ ਪ੍ਰੋਕਿਉਰਮੈਂਟ ਚੋਂ ਨਿਕਲਣਾ ਚਾਹੁੰਦੇ। ਜੀ 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 ਜੀ, ਇਹਨਾਂ ਨੂੰ ਲੱਗਦਾ ਹੈ ਕਿ ਥੈਂਕਲੈਸ ਜਾਂ ਕੰਮ ਹੈ, ਜਦੋਂ ਕਿ ਥੈਂਕਲੈਸ ਨਹੀਂ ਹੈ। ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਵੀ ਬੜਾ ਇੰਪੋਰਟੈਂਟ ਹੈ, ਅੱਗੇ ਗਰੀਬ ਵਰਗ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਵੀ ਪੀਡੀਐਸ ਸਿਸਟਮ ਬਹੁਤ ਇੰਪੋਰਟੈਂਟ ਹੈ ਜੀ। ਇਸ ਕਰਕੇ ਇਹਨੂੰ ਉਸ ਸ਼ੌਕ ਨਾਲ ਕਰਨ ਦੀ ਬਜਾਏ ਗਵਰਨਮੈਂਟ ਇੱਕ ਬਹੁਤ ਸਮਝ, ਜਦੋਂ ਤਾਂ ਸ਼ਾਰਟੇਜ ਸੀ ਅਨਾਜ ਦੀ, ਉਦੋਂ ਤਾਂ ਸਾਰੇ ਸਿਸਟਮ ਕ੍ਰੀਏਟ ਕੀਤੇ, ਕਿਉਂਕਿ ਉਦੋਂ ਦੇਸ਼ ਦੇ ਵਿੱਚ ਭੁੱਖਮਰੀ ਸੀ, ਲੋੜ ਸੀ, ਉਦੋਂ ਕਿਸਾਨ ਨੂੰ ਵੀ ਮੋਟੀਵੇਟ ਕੀਤਾ। ਅੱਜ ਜਦੋਂ ਜਿਹੜੀ ਹੈਗੀ ਆ ਫਸਲ ਜਿਹੜੀ ਹੈ ਥੋੜੀ ਜਿਹੀ ਵੱਧ ਹੋਣ ਲੱਗ ਗਈ, ਪ੍ਰੋਡਕਸ਼ਨ ਵਧੀ ਹੈ ਤੇ ਉਹਦੇ ਨਾਲ ਕੋਈ ਇਹਦੀ ਚਾਹੀਦਾ ਸੀ ਗਵਰਨਮੈਂਟ ਨੂੰ ਜਿੱਤੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਕਿ ਜਿਹੜਾ ਤੁਹਾਡੇ ਕੋਲ ਐਕਸੈਸ ਸਟਾਕ ਹੈ ਉਹਨੂੰ ਤੁਸੀਂ ਇੰਟਰਨੈਸ਼ਨਲ ਮਾਰਕੀਟ 'ਚ ਕਿਵੇਂ ਕਰਨਾ ਹੈ, ਉਹਦੀ ਪਲੈਨਿੰਗ ਬੈਟਰ ਹੋਵੇ ਜੀ। ਜਿਹੜਾ ਕਹਿ ਰਹੇ ਸਾਡੇ ਕੋਲ ਅਨਾਜ ਇੰਨਾ ਆ ਗਿਆ, ਜੇ ਇੰਨਾ ਆ ਗਿਆ ਤਾਂ ਪਿੱਛੇ ਜ਼ਿਮੀਂਦਾਰ ਤਾਂ ਨਹੀਂ ਮਾਰੋਗੇ ਨਾ। ਜੇ ਉਹਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਲੋੜ ਹੈ, ਗਵਰਨਮੈਂਟ ਸੈਕਟਰ ਦੇ ਵਿੱਚ ਕੋਈ ਬਣੇ। ਜੇ ਉਹਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਾਰਕੀਟ ਬੈਟਰ ਲੱਭਣ ਦੀ ਲੋੜ ਹੈ ਤਾਂ ਉਹਦੇ ਵਾਸਤੇ ਕੋਈ ਕਾਰਪੋਰੇਸ਼ਨ ਚੰਗੀ ਬਣੇ ਜੀ। ਜ਼ਰੂਰਤ ਹੈ ਕਿ ਤੁਸੀਂ ਜਿਹੜੀ ਹੈ ਐਗਰੀਕਲਚਰ ਕਮਿਊਨਿਟੀ ਨੂੰ ਫੈਸਿਲਿਟੇਟ ਕਰੋ, ਕਿ ਫੂਡ ਪ੍ਰੋਸੈਸਿੰਗ ਨੂੰ ਇਨਕਰੇਜ ਕਰੋ, ਗਵਰਨਮੈਂਟ ਸੈਕਟਰ 'ਚ ਕਰੋ, ਜੇ ਪ੍ਰਾਈਵੇਟ ਨਹੀਂ ਕਰਦਾ ਪ੍ਰਾਈਵੇਟ ਨੂੰ ਮੋਟੀਵੇਟ ਕਰੋ, ਜਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੁਸੀਂ ਜਿਹੜੀ ਵੀ ਸਸਤੀ ਮਾਰਕੀਟ ਜਿੱਥੇ ਵੀ ਤੁਸੀਂ ਠੀਕ ਹੈ ਰੇਟ ਦੇ ਉੱਤੇ ਵੇਚ ਸਕਦੇ ਹੋ ਉਹ ਵੇਚੋ, ਤਾਂ ਜੋ ਤੁਹਾਡਾ ਬਫਰ ਸਟਾਕ ਜਿਹੜੇ ਆ ਉਹ ਇੱਕ ਲੈਵਲ ਦੇ ਉੱਤੇ ਨਾ ਜਾ, ਤੁਹਾਡਾ ਪੈਸਾ ਬਲੌਕ ਨਾ ਹੋ। ਉਸ ਅੱਛੀ ਪਲੈਨਿੰਗ ਨੂੰ ਕਰਨ ਦੀ ਬਜਾਏ ਇਹ ਸਮਝ ਰਿਹਾ ਕਿ ਆਪਾਂ ਇਹਨੂੰ ਜਿਹੜਾ ਸਿਸਟਮ ਬਣਿਆ ਇਹਨੂੰ ਡਿਸਟਰੋਏ ਕਰ ਦਈਏ ਤੇ ਆਪਣੇ ਜ਼ਿਮੀਂਦਾਰ ਤੇ ਸਿਰਦਰਦੀ ਪਾ ਦਈਏ, ਉਹਦੇ ਨਾਲ ਅਲਟੀਮੇਟਲੀ ਨੇਸ਼ਨ ਲਾਸ ਜਾਏਗੀ। ਜੀ ਜੀ ਜੀ, ਡਾਕਟਰ ਸਾਹਿਬ ਬਹੁਤ ਸੋਹਣਾ ਤੁਸੀਂ ਕਲੈਰੀਫਿਕੇਸ਼ਨ ਦਿੱਤੀ ਹੈ। ਆਪਾਂ ਸ਼ਰਧਾਂਜਲੀ ਭੇਟ ਕਰਦੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਆ, ਔਰ ਅਰਦਾਸ ਕਰਦੇ ਆ ਪਰਮਾਤਮਾ ਮੋਰੇ ਕਿ ਉਹ ਸਾਰੇ ਛੇਤੀ ਕੋਈ ਹੱਲ ਨਿਕਲੇ ਤੇ ਆਪਦੇ ਘਰੇ ਜਾਣ ਉਹ ਸੁੱਖੀ ਸੰਦੀ। ਇੱਥੇ ਕੁਐਸਚਨ ਇੱਕ ਮੇਰਾ ਜ਼ਰੂਰ ਹੈ, ਉਹ ਬਾਅਦ 'ਚ ਜੇ ਆਪਣੇ ਕੋਲ ਟਾਈਮ ਹੋਇਆ ਤਾਂ ਮੈਂ ਤੁਹਾਡੇ ਤੋਂ ਜ਼ਰੂਰ ਸਮਝੂਗਾ ਉਸ ਚੀਜ਼ ਨੂੰ, ਤੇ ਆਪਾਂ ਇੱਕ ਰੁਕਦੇ ਹਾਂ ਸਿਰਫ ਛੋਟੀ ਜਿਹੀ ਬ੍ਰੇਕ ਲਈ। ਤੁਸੀਂ ਇੱਦਾਂ ਹੀ ਬਣੇ ਰਹੋ ਜੀ। ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਆਨਰੇਬਲ ਡਾਕਟਰ ਦਲਜੀਤ ਸਿੰਘ ਚੀਮਾ, ਬਹੁਤ ਸੋਹਣਾ ਐਲੈਬੋਰੇਟ ਕਰ ਰਹੇ ਨੇ ਹਰ ਚੀਜ਼ ਨੂੰ। ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਪਲੀਜ਼ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ। ਮੈਂ ਗੁਰਲਾਲ, ਪ੍ਰੋਗਰਾਮ ਓਪਨ ਪਲੇਟਫਾਰਮ। ਬ੍ਰੇਕ ਤੋਂ ਬਾਅਦ ਆਪਾਂ ਜੁੜੇ ਹੋਏ ਆ ਆਨਰੇਬਲ ਡਾਕਟਰ ਦਲਜੀਤ ਸਿੰਘ ਚੀਮਾ, ਬਹੁਤ ਹੀ ਵਧੀਆ ਤਰੀਕੇ ਨਾਲ ਕਲੈਰੀਫਿਕੇਸ਼ਨ ਦੇ ਰਹੇ। ਆਈ ਹੋਪ ਸਾਡੇ ਸਾਰੇ ਜਿਹੜੇ ਬਾਹਰ ਬੈਠੇ NRI ਭਰਾ ਆ ਉਹ ਸਮਝ ਰਹੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਟੈਂਡ ਹੈ, ਜੋ ਸ਼ੁਰੂ ਤੋਂ ਰਿਹਾ ਜਾਂ ਹੁਣ ਤੋਂ। ਆਪਾਂ ਫਿਰ ਅਗਲੇ ਕੁਐਸਚਨ ਨਾਲ ਵਧਦੇ ਹਾਂ। ਡਾਕਟਰ ਸਾਹਿਬ ਬਹੁਤ ਸੋਹਣਾ ਤੁਸੀਂ ਕਲੀਅਰ ਕਰ ਰਹੇ। ਹੁਣ ਆਪਾਂ ਉਸ ਚੀਜ਼ ਨੂੰ ਛੱਡ ਕੇ ਆਪਾਂ ਉਹਨੇ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ 2022 ਸਾਲ ਤੋਂ ਘੱਟ ਚੋਣਾਂ ਦਾ ਟਾਈਮ ਰਹਿ ਗਿਆ, ਕੌਨਫੀਡੈਂਸ ਕਿੱਥੇ ਹੈ ਸਰ ਸ਼੍ਰੋਮਣੀ ਅਕਾਲੀ ਦਲ ਦਾ? ਕਿੱਥੇ ਆਪਾਂ ਕੌਨਫੀਡੈਂਸ ਤੁਸੀਂ ਦੇਖ ਰਹੇ ਹੋ ਕਿ ਆਪਾਂ ਵਿਨ ਕਰਾਂਗੇ ਤੇ ਸਰਕਾਰ ਨੂੰ ਫਾਰਮ ਕਰਾਂਗੇ? ਦੇਖੋ ਗੱਲ ਇਹ ਹੈ, ਸਾਡੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਜੀ, ਉਹਦੀ ਪ੍ਰੈਕਟੀਕਲੀ ਪਰਫਾਰਮੈਂਸ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਹੈ ਜੀ। ਇੱਕ ਤਾਂ ਉਹ ਕਰੋਨਾ ਦੀ ਤਰਪਾਲ ਦੇ ਥੱਲੇ ਆਪਣੇ ਆਪ ਨੂੰ ਉਹਨੇ ਛਪਾਇਆ ਹੋਇਆ ਜੀ, ਉਹਦੀਆਂ ਪਾਬੰਦੀਆਂ ਕਰ ਲੋ, ਕਦੀ ਕੁਛ ਕਰ ਲੋ, ਕਦੀ ਕੁਛ, ਨਾਲ ਕਿਸਾਨ ਅੰਦੋਲਨ ਚੱਲ ਪਿਆ ਜੀ, ਤੇ ਕਰਕੇ ਜਿਹੜੀ ਡਾਇਰੈਕਟ ਉਹਨੂੰ ਫੇਸ ਕਰਨਾ ਪੈਣਾ ਸੀ ਪਬਲਿਕ ਨੂੰ, ਐਜੀਟੇਸ਼ਨਸ ਨੂੰ, ਉਹਦੇ ਤੋਂ ਉਹਨਾਂ ਦਾ ਬਚਾਅ ਹੈ। ਪਰ ਅਲਟੀਮੇਟਲੀ ਹੁਣ ਜਦੋਂ ਕਚਹਿਰੀ ਦੇ ਵਿੱਚ ਜਾਣਾ ਤਾਂ ਉੱਥੇ ਜਾ ਕੇ ਗੱਲ ਜਿਹੜੀ ਹੈ ਉਹ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਦੀ, ਪੰਜਾਬ ਦੀ ਫਾਈਨੈਂਸਿਸ ਦੀ ਹੋਣੀ ਜੀ। ਹੁਣ ਦੇਖੋ 1,38,000 ਕਰੋੜ ਦਾ ਬਜਟ ਪੇਸ਼ ਹੋਇਆ, 30,000 ਵੇਜ਼ ਐਂਡ ਮੀਨਸ ਹੈ, ਉਹ ਵਿੱਚ ਪਾਲੋਗੇ ਤਾਂ 68,000 ਹੈ। ਇਫੈਕਟਿਵ ਬਜਟ 1,38,000 ਕਰੋੜ ਦਾ ਜੀ। ਕਰਜ਼ਾ ਜਿਹੜਾ ਸਾਡੇ ਤੇ 2,73,000 ਕਰੋੜ ਹੋ ਗਿਆ। ਜਿੰਨਾ ਸਟੇਟ ਦਾ ਬਜਟ ਹੈ ਉਸ ਤੋਂ ਡਬਲ
ਇਸ ਵੇਲੇ ਅਸੀਂ ਕਰਜ਼ੇ ਦੇ ਵਿੱਚ ਆ ਜੀ ਸਾਡੀ ਜਿਹੜੀ ਕਰਜ਼ੇ ਦੀ ਤੇ GSDP ਦੀ ਰੇਸ਼ੋ ਜਿਹੜੀ ਹੈ ਸਾਡੀ 45 ਤੇ ਪਹੁੰਚ ਗਈ ਜੀ ਔਰ ਜਿਹੜੇ ਪਿਛਲੇ 1984 ਤੋਂ ਲੈ ਕੇ ਤੇ 2017 ਤੱਕ ਜਿਹੜਾ ਹੈਗਾ ਉਹ ਕਰਜ਼ਾ ਸੀਗਾ 1,72,000 ਕਰੋੜ ਜੀ ਤੇ 1 ਲੱਖ ਕਰੋੜ ਜਿਹੜਾ ਇਹ ਸਰਕਾਰ ਨੇ ਵਾਅਦਾ ਕਰ ਜੀ ਜਿਹੜੇ ਕਹਿੰਦੇ ਅੱਛੀ ਫਾਈਨੈਂਸ਼ੀਅਲ ਮੈਨੇਜਮੈਂਟ ਜਿਹੜੀ ਹੈ ਉਹ ਕੀਤੀ ਹੈ ਜੀ ਔਰ ਇਹ ਸਾਰਾ ਕਰਜ਼ਾ ਜਿਹੜਾ ਇਹ ਹੈਗਾ ਨਾਨ ਪ੍ਰੋਡਕਟਿਵ ਕਰਜ਼ਾ ਡੈਟ ਜਿਵੇਂ ਹੁੰਦਾ ਨਾ ਵੀ ਅਸੀਂ ਜਿਹੜੀ ਹੈ ਗੱਡੀ ਲੈਣ ਵਾਸਤੇ ਕਰਜ਼ਾ ਲੈ ਲਈਏ ਜਾਂ ਵਿਆਹ ਲੈਣ ਵਾਸਤੇ ਕਰਜ਼ਾ ਲੈ ਲਈਏ ਜੀ ਇਹ ਉਸ ਟਾਈਮ ਖਰਚਾ ਪਿਛਲੇ ਸਾਰੇ ਸਾਲ ਦਾ ਸਾਡਾ ਕੈਪੀਟਲ ਐਕਸਪੈਂਡੀਚਰ ਜਿਹੜਾ ਡਿਵੈਲਪਮੈਂਟ ਤੇ ਖਰਚਾ ਹੁੰਦਾ ਉਹ 6,800 ਕਰੋੜ ਹੈ ਪੰਜਾਬ ਦਾ ਬਾਕੀ ਸਿਰਫ ਜਾਂ ਕਰਜ਼ੇ ਦੀਆਂ ਕਿਸ਼ਤਾਂ ਜਾਂ ਜਿਹੜੀ ਹੈ ਕਰਜ਼ੇ ਦਾ ਮੂਲ ਜਾਂ ਤਨਖਾਹਾਂ ਜਾਂ ਜੀ ਠੀਕ ਹੈ ਨਾ ਔਰ ਜੀ, ਜਿਹੜੇ ਜੀ। ਸਾਡੇ ਰੈਵਨਿਊ ਦੇ ਸੋਰਸਸ ਸੀ ਉਹ ਸਾਰੇ ਸਾਡੇ ਜ਼ਿਆਦਾ ਸ਼ਰਾਬ ਦੀ ਨਾਈਟ ਕਰਫਿਊ ਲਾ ਕੇ ਬਲੈਕ ਹੋ ਗਈ 5600 ਕਰੋੜ ਦੇ ਰੈਵਨਿਊ ਲਾਸ ਦਾ ਚੀਫ ਸੈਕਟਰੀ ਨੇ ਵੀ ਆਵਾਜ਼ ਉਠਾਈ ਜੀ ਸਾਰੀ ਕੈਬਨਿਟ ਬਾਈ ਜਦੋਂ ਉਹਨੇ ਸੱਚਾਈ ਰੱਖੀ ਕਿ ਆ ਤੁਹਾਡੀ ਸਾਰੀ ਸ਼ਰਾਬ ਦੀ ਆਮਦਨ ਜਿਹੜੀ ਹੈ ਇਹ 2 ਨੰਬਰ ਵਾਲੇ ਪਾਸੇ ਜਾ ਰਹੀ ਹੈ ਜੀ ਜਦੋਂ ਰੇਤ ਦੀ ਆਮਦਨ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਦੂਜੇ ਪਾਸੇ ਜਾ ਰਹੀ ਹੈ ਜੀ ਇਸ ਕਰਕੇ ਗੱਲਾਂ ਦੇ ਉੱਤੇ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਟੇਟਮੈਂਟਾਂ ਦੇ ਕੇ ਪਰਦਾ ਪਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਜੀ ਪਰ ਹੁਣ ਜਦੋਂ ਅਲਟੀਮੇਟਲੀ ਆ ਕੇ ਤੁਹਾਡੀ ਪਰਫਾਰਮੈਂਸ ਜਿਹੜੀ ਹੈ ਸਟੇਟ ਗਵਰਨਮੈਂਟ ਦੀ ਹੀ ਕਾਊਂਟ ਹੋਣੀ ਜੀ ਜਿਹੜੇ ਤੁਸੀਂ 90,000 ਕਰੋੜ ਦਾ ਕਰਜ਼ਾ ਮਾਫੀ ਕਿਹਾ ਸੀ ਹੁਣ ਲਾਸਟ ਬਜਟ ਆ ਗਿਆ ਤੇ 4600 ਕਰੋੜ ਦਾ ਮਾਫ ਹੋਇਆ ਤੇ 90,000 ਕਰੋੜ ਦਾ ਕਹਿ ਕੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤੇ ਹੁਣ 4600 ਕਰੋੜ ਰੁਪਈਆ ਔਰ ਜਿਹੜਾ ਇਹਨਾਂ ਨੇ ਪਹਿਲੇ ਬਜਟ ਸੈਸ਼ਨ ਦੇ ਵਿੱਚ ਕਿਸਾਨਾਂ ਨੂੰ ਕਹਿਤਾ ਸੀ ਕਿ ਤੁਹਾਨੂੰ ਕਰਜ਼ਾ ਦੇਣ ਦੀ ਲੋੜ ਨਹੀਂ ਜੀ ਬਹੁਤ ਸਾਰੇ ਕਿਸਾਨਾਂ ਨੇ ਇਹ ਮੰਨ ਕੇ ਕਿ ਜਦੋਂ ਮੁੱਖ ਮੰਤਰੀ ਕਹਿ ਰਿਹਾ ਵਿਧਾਨ ਸਭਾ ਦੇ ਵਿੱਚ ਕਿ ਕਰਜ਼ਾ ਵਾਪਸ ਕਰਨ ਦੀ ਲੋੜ ਨਹੀਂ ਜੀ ਜਿਹੜਾ ਉਹ ਕਰਜ਼ਾ ਟਾਈਮ ਸਿਰ ਮੋੜ ਕੇ ਤੇ ਆਪਣਾ ਇੰਟਰਸਟ ਦਾ ਫਾਇਦਾ ਲੈਂਦੇ ਸੀ 3% ਦਾ ਟਾਈਮ ਸਿਰ ਮੋੜਨ ਦਾ ਜੀ ਉਹਨਾਂ ਦਾ ਉਹ ਵੀ ਜਾਂਦਾ ਔਰ ਬਾਅਦ ਚ 4% ਉਹਨਾਂ ਨੂੰ ਬੈਂਕਾਂ ਨੂੰ ਇੰਟਰਸਟ ਵੀ ਦੇਣਾ ਪਿਆ ਪੈਨਲ ਇੰਟਰਸਟ ਕਿਉਂਕਿ ਉਹਨਾਂ ਦਾ ਜਿਹੜਾ ਡਿਫਾਲਟਰ ਹੋਣ ਕਰਕੇ ਇਸ ਕਰਕੇ 7% ਤੇ ਲੋਕਾਂ ਨੂੰ ਵਿਆਜ ਦੇ ਵਿੱਚ ਮਾਰਿਆ ਤੁਸੀਂ ਤੇ ਜੀ ਜੇ ਟੋਟਲ ਦਾ ਲਾਓ ਤੇ 10,000 ਕਰੋੜ ਤੋਂ ਵੱਧ ਤਾਂ ਉਹਨਾਂ ਨੂੰ ਪੈਨਲਟੀ ਪੈ ਗਈ ਤੁਹਾਡੇ ਵਾਅਦੇ ਕਰਕੇ ਤੇ ਤੁਸੀਂ ਲਾਸਟ ਬਜਟ ਤੱਕ ਹੁਣ ਜਿਹੜਾ ਹੈਗਾ 4800 ਕਰੋੜ ਦੀ ਫਿਗਰ ਆਪ ਦੇ ਰਹੇ ਹੋ ਜੀ ਕਿ ਆਹ ਅਸੀਂ ਕਰਜ਼ਾ ਮਾਫ ਕੀਤਾ ਤੇ ਦੱਸੋ ਕਿਹੜੇ ਮੂੰਹ ਦੇ ਨਾਲ ਹੁਣ ਜਾ ਕੇ ਲੋਕਾਂ ਨੂੰ ਕਹਿਣਗੇ ਕਿ ਅਸੀਂ ਤੁਹਾਡੇ ਨਾਲ ਗੁਟਕਾ ਫੜ ਕੇ ਜਿਹੜਾ ਵਾਅਦਾ ਪੂਰਾ ਕੀਤਾ ਸੀ ਪੂਰਾ ਕਰਕੇ ਆਏ ਜੀ 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 ਔਰ ਪਿੰਡਾਂ ਦੀ ਫੈਮਿਲੀ ਹੈ ਤੁਸੀਂ ਨੌਜਵਾਨਾਂ ਦੇ ਫਾਰਮ ਭਰਵਾਣੇ ਸੀ ਕਿ ਹਰ ਘਰ 'ਚ ਇੱਕ ਨੌਕਰੀ ਦਿਆਂਗੇ ਜੀ ਤੇ ਹੁਣ ਪੁੱਛੋ ਰਿਕਾਰਡ ਤੇ ਕਿੰਨੀਆਂ ਨੌਕਰੀਆਂ ਮਿਲੀਆਂ ਜੀ 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 ਰਾਦਰ ਸਾਰੇ ਡਿਪਾਰਟਮੈਂਟਾਂ ਦੀ ਰੀਸਟਰਕਚਰਿੰਗ ਕਰਕੇ ਜੀ ਤੇ ਜੀ ਤੁਸੀਂ ਪੋਸਟਾਂ ਅਬੋਲਿਸ਼ ਕਰ ਦਿੱਤੀਆਂ ਜੀ 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 ਹੁਣ ਅਖੀਰ ਦੇ ਉੱਤੇ ਤੁਸੀਂ ਆਪਣੇ ਅਖੀਰਲੇ ਬਜਟ ਦੇ ਵਿੱਚ ਆਪ ਲਿਖ ਰਹੇ ਹੋ ਕਿ 46,000 ਸਾਡੀਆਂ ਪੋਸਟਾਂ ਖਾਲੀ ਆ ਜੀ ਉਹ ਜਿਹੜੀ 4 ਤੱਕ ਰਿਟਾਇਰਮੈਂਟ ਹੁੰਦੀ ਰਹੀ ਇੱਕ ਭਰੀ ਨਹੀਂ ਤੇ ਹੁਣ ਤੁਸੀਂ ਇਲੈਕਸ਼ਨ ਈਅਰ 'ਚ ਉਹਨਾਂ ਨੂੰ ਭਰਨ ਲੱਗੇ ਹੋ ਜੀ ਇਸ ਕਰਕੇ ਜਿਹੜਾ ਮੁਲਾਜ਼ਮਾਂ ਦਾ 6ਵਾਂ ਪੇ ਕਮਿਸ਼ਨ ਕਿੱਥੇ ਗਿਆ ਜੀ 2016 ਤੋਂ ਬੈਠਾ ਤੇ ਹੁਣ ਜਿਹੜੇ ਤੁਸੀਂ ਅਨਾਉਂਸ ਵੀ ਕੀਤੇ ਬਜਟ ਦੇ ਵਿੱਚ ਚੀਜ਼ਾਂ ਉਹਦੀ ਡੇਟ ਅੱਗੋਂ ਪਾਤੀ 31 ਜੁਲਾਈ ਤੇ 2 ਮਹੀਨੇ ਬਾਅਦ ਇਲੈਕਸ਼ਨ ਦਾ ਕੋਡ ਲੱਗ ਜਾਣਾ ਇਹਦਾ ਮਤਲਬ ਕਿ ਅਨਾਉਂਸਮੈਂਟਾਂ ਤੁਸੀਂ ਕਰ ਰਹੇ ਹੋ ਤੇ ਦੇਗੀ ਅਗਲੀ ਸਰਕਾਰ ਆ ਕੇ ਅਗਲੀ ਸਰਕਾਰ ਚਾਹੇ ਕਿਸੇ ਦੀ ਬਣੇ ਹਾਂਜੀ ਹੁਣ ਐਡੀ ਭੋਲੀ ਤਾਂ ਹੈ ਨਹੀਂ ਕਿ ਤੁਸੀਂ ਕਹੋ ਜੀ ਮੈਂ ਕਰ ਦਿੱਤਾ 51,000 ਸ਼ਕਲ ਸਕੀਮ 2017 ਤੋਂ ਕਰਨਾ ਤੁਸੀਂ ਹੁਣ ਕੀਤਾ ਤੇ ਹੁਣ ਵੀ ਡੇਟ ਹਾਲੇ 31/7 ਦੀ ਪਾਈ ਇਹਦਾ ਮਤਲਬ ਕਿ ਬੰਦਾ ਜਾ ਕੇ 31/8 ਨੂੰ ਐਲੀਜੀਬਲ ਹੋਊਗਾ ਉਹਦੇ ਵਾਸਤੇ ਤੇ 2 ਮਹੀਨੇ ਬਾਅਦ ਇਲੈਕਸ਼ਨ ਜੀ 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 ਕੋਈ ਨਿਕਲਣ ਥਾਂ ਨਹੀਂ ਹੈ ਜੀ ਹੁਣ ਇਹਨਾਂ ਨੂੰ ਆਪਣੀਆਂ ਗੱਲਾਂ ਦਾ ਜਵਾਬ ਜਿਹੜਾ ਉਹ ਦੇਣਾ ਪੈਣਾ ਔਰ ਕਲੀਅਰ ਆ ਉਹਦੇ ਤੇ ਆ ਕੇ ਇਹਨਾਂ ਨੂੰ ਵੜਨਾ ਪਿੰਡਾਂ ਦੇ ਵਿੱਚ ਮੁਸ਼ਕਲ ਹੋ ਜਾਏਗਾ ਡਾਕਟਰ ਸਾਹਿਬ ਤੁਸੀਂ ਆਹ ਆંકੜੇ ਰੱਖੇ ਜਿਹੜੇ ਮੈਂ ਦੇਖ ਰਿਹਾ ਸੀਗਾ ਕਿਤੇ ਨਾ ਕਿਤੇ ਤੁਸੀਂ ਕਲੋਜ਼ ਹੋ ਪਰ ਤੁਹਾਨੂੰ ਜ਼ਿਆਦਾ ਪਤਾ ਤੁਹਾਡੇ ਕੋਲ ਸੱਚਾਈ ਫੈਕਟਰਸ ਹੋਣੇ ਹੈ ਆਪਣੇ ਨਾਲ ਇੱਕ ਕਾਲਰ ਜੁੜ ਗਿਆ ਉਹਨਾਂ ਨੂੰ ਲੈ ਕੇ ਤਾਂ ਆਪਾਂ ਕੰਟੀਨਿਊ ਕਰ ਦੇਂਗੇ ਇੱਕ ਮਿੰਟ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਸਤਿ ਸ਼੍ਰੀ ਅਕਾਲ ਤੇ ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹਨ ਚੀਮਾ ਸਾਹਿਬ ਕੋਈ ਕੁਐਸਚਨ ਹੈ ਦੱਸੋ ਜੀ ਹਾਂਜੀ ਮੇਰੇ 2 ਨਿੱਕੇ ਸਵਾਲ ਹੈ ਇੱਕ ਤਾਂ ਡਾਕਟਰ ਸਾਹਿਬ ਨੇ ਸ਼ੁਰੂ 'ਚ ਕਿਹਾ ਸੀ ਵੀ ਜਦੋਂ ਮੈਡੀਕਲ ਕਾਲਜ ਪੜ੍ਹਦੇ ਸੀ ਤੇ ਉਦੋਂ ਇਹ ਸਟੂਡੈਂਟ ਲੀਡਰ ਵੀ ਰਹੇ ਸੀ ਤੇ ਕਈ ਵਾਰੀ ਇਹਨਾਂ ਨੇ ਸੰਘਰਸ਼ ਵੀ ਕੀਤੇ ਬਹੁਤ ਚੰਗੀ ਗੱਲ ਹੈ ਸਟੂਡੈਂਟਸ ਨੂੰ ਆਪਣੀਆਂ ਡਿਮਾਂਡਸ ਜਿਹੜੀਆਂ ਮੰਗਣੀਆਂ ਚਾਹੀਦੀਆਂ ਤੇ ਕੁਝ ਲੀਡਰ ਵੀ ਵਿੱਚੋਂ ਹੋਣੇ ਚਾਹੀਦੇ ਪਰ ਮੇਰਾ ਇੱਥੇ ਸਵਾਲ ਇਹ ਹੈ ਕਿ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਇੱਕ ਬੜਾ ਯੂਨੀਕ ਪਰਸਨੈਲਿਟੀ ਹੋਏ ਕਿ ਇਹ ਗਵਰਨਮੈਂਟ ਦੇ ਵਿੱਚ ਵੀ ਆ ਗਏ ਤੇ ਐਜੂਕੇਸ਼ਨ ਮਿਨਿਸਟਰ ਬਣ ਗਏ ਮੈਂ ਇਹਨਾਂ ਨੂੰ ਪੁੱਛਦਾ ਇਹ ਹਾਂ ਵੀ ਜਦੋਂ ਗਵਰਨਮੈਂਟ ਦੇ ਅਗੇਂਸਟ ਸਟੂਡੈਂਟਸ ਐਮਪਲਾਈਜ਼
ਟੀਚਰਸ, ਦੂਜੇ ਮਹਿਕਮਿਆਂ ਵਾਲੇ ਲੋਕ ਆਪਣਾ ਸੰਘਰਸ਼ ਕਰਦੇ ਆ, ਡਿਮਾਂਡਾਂ ਕੁਝ ਲਿਆਉਂਦੇ ਆ, ਉਹ ਗਵਰਨਮੈਂਟ ਤੋਂ ਬੜੇ ਖੁਸ਼ ਨਹੀਂ ਹੁੰਦੇ। ਉਦੋਂ ਫਿਰ ਜਿਹੜੀਆਂ ਸਾਡੀਆਂ ਗਵਰਨਮੈਂਟਸ ਦੇ ਵਿੱਚ ਜਿਹੜੇ ਗ੍ਰਾਸ ਰੂਟ ਤੋਂ ਉੱਠੇ ਹੁੰਦੇ ਆ, ਜਿਵੇਂ ਡਾਕਟਰ ਸਾਹਿਬ ਸਟੂਡੈਂਟ ਲੀਡਰ ਸੀਗੇ, ਇਹ ਫਿਰ ਉਹਨਾਂ ਦੀਆਂ ਮੰਗਾਂ ਮੰਗਣ 'ਚ ਇਹਨਾਂ ਨੂੰ ਕੀ ਔਕੜਾਂ ਆਉਂਦੀਆਂ। ਇੱਕ ਤਾਂ ਮੇਰਾ ਇਹ ਸਵਾਲ ਹੈ। ਇੱਕ ਮਿੰਟ ਬਾਜਵਾ ਸਾਹਿਬ, ਡਾਕਟਰ ਸਾਹਿਬ ਤੁਹਾਨੂੰ ਆਵਾਜ਼ ਕੁਐਸਚਨ ਸਮਝ ਆ ਗਿਆ ਇਸ ਚੰਗੀ ਤਰ੍ਹਾਂ? ਹਾਂਜੀ ਹਾਂਜੀ, ਇੱਕ ਕੁਐਸਚਨ ਹੋ ਰਿਹਾ, ਫਿਰ ਉਹਨਾਂ ਨੂੰ ਵੀ ਹਾਂਜੀ ਬਾਜਵਾ ਸਾਹਿਬ। ਹਾਂਜੀ, ਸੈਕੰਡ ਮੇਰਾ ਇਹ ਹੈ ਸਵਾਲ ਵੀ ਜਦੋਂ ਇਹ ਵਿਧਾਇਕ ਚੁਣ ਕੇ ਆ ਜਾਂਦੇ ਆ ਔਰ ਇਹ ਬੜੇ ਬੜੇ ਡਿਫਰੈਂਟ ਐਕਸਪੀਰੀਅੰਸ ਦੇ ਹੁੰਦੇ ਆ, ਮੈਡੀਕਲ ਡਾਕਟਰ ਆ ਗਏ, ਕੋਈ ਇੰਜੀਨੀਅਰ ਆ ਗਿਆ, ਕੋਈ ਹੋਰ ਆ ਗਿਆ, ਪਰ ਜਦੋਂ ਇਹਨਾਂ ਨੂੰ ਮਿਨਿਸਟਰੀਆਂ ਦਿੰਦੇ ਆ, ਜਿਵੇਂ ਡਾਕਟਰ ਸਾਹਿਬ ਸੀਗੇ ਇਹ ਮੈਡੀਕਲ ਡਾਕਟਰ ਸੀਗੇ, ਇਹਨਾਂ ਨੂੰ ਮਿਨਿਸਟਰੀ ਦੇ ਦਿੱਤੀ ਆਪਣੀ ਐਜੂਕੇਸ਼ਨ ਦੀ। ਔਰ ਇੱਕ ਮੇਰੇ ਪੁਰਾਣੇ ਟਾਈਮ ਦੀ ਗੱਲ ਹੈ ਕਿ ਇੱਕ ਅਜਨਾਲਾ ਸਾਹਿਬ ਹੁੰਦੇ ਸੀਗੇ, ਹੁਣ ਤਾਂ ਉਹ ਕਿਸੇ ਦੂਜੇ ਅਕਾਲੀ ਦਲ 'ਚ ਚਲ ਗਏ, ਸ਼ਾਇਦ ਉਹਨਾਂ ਦਾ ਨਾਮ ਰਜਿੰਦਰ ਸਿੰਘ ਸੀ, ਉਹ ਵੀ ਮੈਡੀਕਲ ਡਾਕਟਰ ਹੁੰਦੇ ਸੀ, ਉਹਨਾਂ ਨੂੰ ਐਨੀਮਲ ਹਸਬੈਂਡਰੀ ਚਲਾਤਾ। ਸੋ ਇਹ ਕਈ ਹੋਰ ਵੀ ਐਗਜ਼ਾਮਪਲਾਂ ਹੈਗੀਆਂ ਵੀ ਇਹ ਜਦੋਂ ਚੀਫ ਮਿਨਿਸਟਰ ਜਾਂ ਦੂਜੇ ਜਦੋਂ ਇਹਨਾਂ ਨੂੰ ਇਹ ਮਿਨਿਸਟਰੀਆਂ ਵੰਡੀਆਂ ਜਾਂਦੀਆਂ, ਇਹ ਪ੍ਰੋਪਰਲੀ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਸੋ ਠੀਕ ਬਾਜਵਾ ਸਾਹਿਬ, ਧੰਨਵਾਦ ਧੰਨਵਾਦ, ਤੁਸੀਂ ਕਾਲ ਕੀਤਾ। ਸੁਣੋ ਹੁਣ ਆਨਸਰ ਸੁਣੋ ਜੀ। ਹਾਂਜੀ, ਇੱਕ ਛੋਟਾ ਜਿਹਾ ਸਵਾਲ ਹੋਰ ਹੈ ਜੇ ਪਰਮਿਟ ਕਰੋ ਤਾਂ। ਹਾਂਜੀ ਹਾਂਜੀ, ਹਾਂ ਉਹ ਇਸ ਤਰ੍ਹਾਂ ਜੀ ਬਈ ਚੀਮਾ ਸਾਹਿਬ ਵੀ ਬਹੁਤ ਨੇੜੇ ਹੈ ਅਕਾਲੀ ਦਲ ਦੇ। ਹੁਣ ਸੀਨੀਅਰ ਜਿਹੜੇ ਆਪਣੇ ਲੀਡਰ ਹੈ ਪ੍ਰਕਾਸ਼ ਸਿੰਘ ਬਾਦਲ ਬੜੇ ਆਪਣੇ ਮਾਨਯੋਗ ਹੈ, ਪਰ ਥੋੜਾ ਉਹਨਾਂ ਨੂੰ ਹੁਣ ਏਜ ਉਹਨਾਂ ਦੀ ਹੋ ਗਈ ਹੈ। ਔਰ ਸੁਖਬੀਰ ਬਾਦਲ ਵੀ ਆਪਣਾ 10 ਸਾਲ ਉਹਨਾਂ ਨੇ ਡਿਪਟੀ ਮਿਨਿਸਟਰੀ ਕੀਤੀ ਹੈ। ਕੀ ਅਗਲੀ ਵਾਰੀ ਅਕਾਲੀ ਦਲ ਉਹਨਾਂ ਦਾ ਫੇਸ ਬਣਾ ਕੇ ਸੀਐਮ ਦਾ ਇਲੈਕਸ਼ਨ ਲੜੇਗਾ? ਜੀ ਜੀ, ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ, ਤੁਸੀਂ ਕੁਐਸਚਨ ਪੁੱਛੇ, ਹੁਣ ਆਨਸਰ ਸੁਣ ਲਓ ਜੀ। ਹਾਂਜੀ, ਬਾਜਵਾ ਸਾਹਿਬ ਨੇ ਬੜੀ ਪ੍ਰੈਕਟੀਕਲ ਜੀ ਤੇ ਬੜਾ ਅੱਛਾ ਕੁਐਸਚਨ ਕੀਤਾ ਜੀ। ਪਹਿਲਾਂ ਤਾਂ ਜਦੋਂ ਸਟੂਡੈਂਟ ਲੀਡਰ ਹੁੰਦੇ ਹੋ ਜਾਂ ਮੁਲਾਜ਼ਮਾਂ ਦੇ ਲੀਡਰ ਹੁੰਦੇ ਤੇ ਜਦੋਂ ਮਿਨਿਸਟਰ ਬਣ, ਬਾਜਵਾ ਸਾਹਿਬ ਫਰਕ ਹੁੰਦਾ ਜਦੋਂ ਬੇਟਾ ਹੁੰਦੇ, ਬੱਚੇ ਹੁੰਦੇ ਆ ਤੇ ਉਦੋਂ ਮਾਪਿਓ ਤੋਂ ਆਪਾਂ ਡਿਮਾਂਡਾਂ ਕਰਦੇ ਆ ਤੇ ਉਦੋਂ ਆਪਾਂ ਖੁੱਲ ਕੇ ਆਪਾਂ ਆਪਣਾ ਹੱਕ ਰੱਖਦੇ ਆ ਕਿ ਸਾਨੂੰ ਆਹ ਚਾਹੀਦਾ, ਮਾਪਿਓ ਸਮਝਾਉਂਦਾ ਹੁੰਦਾ ਇਹ ਪੋਸੀਬਲ ਨਹੀਂ ਹੈ ਤੇ ਇਹ ਚੀਜ਼ ਮੈਂ ਲੈ ਕੇ ਦੇ ਸਕਦਾ, ਇਹ ਨਹੀਂ, ਪਰ ਆਪਾਂ ਸੰਘਰਸ਼ ਕਰਦੇ ਆ ਘਰ ਦੇ ਵਿੱਚ ਕਿ ਸਾਡਾ ਹੱਕ ਬਣਦਾ ਸਾਨੂੰ। ਜਿੱਦਣ ਬਾਪ ਬਣ ਜੀਦਾ ਉਦੋਂ ਸਮਝ ਲੱਗਦਾ ਕਿ ਨਹੀਂ ਜਿਹੜਾ ਸਾਡਾ ਕਹਿੰਦਾ ਸੀ ਉਹ ਠੀਕ ਤੇ ਕਈ ਦਿੱਕਤਾਂ ਵਿੱਚ ਬੈਠ। ਇਸ ਕਰਕੇ ਜਦੋਂ ਤੁਸੀਂ ਉਸ ਪਾਸੇ ਹੁੰਦੇ ਹੋ ਤਾਂ ਤੁਸੀਂ ਉਦੋਂ ਆਪਣਾ ਪਕੜਦੇ ਹੋ, ਜਦੋਂ ਤੁਸੀਂ ਜ਼ਿੰਮੇਵਾਰੀ ਤੁਹਾਡੇ ਕੋਲੇ ਪਤਾ ਵੀ ਹੁੰਦਾ ਕਿ ਐਕਚੁਅਲ ਕੰਡੀਸ਼ਨ ਕੀ ਹੈ, ਕੀ ਤੁਸੀਂ ਦੇ ਸਕਦੇ, ਕਿਹੜੀ ਗੱਲ ਵਾਜਬ ਹੈ, ਕੁਝ ਗੱਲਾਂ ਤੇ ਰੂਲਸ ਹੁੰਦੇ ਆ, ਕੁਝ ਕੋਰਟਾਂ ਦੇ ਫੈਸਲੇ ਹੁੰਦੇ ਆ। ਇਸ ਕਰਕੇ ਉਦੋਂ ਇਹ ਕਿ ਮਨ ਤਾਂ ਹੋਣਾ ਚਾਹੀਦਾ ਹੈ ਕਿ ਦੂਜੇ ਸਮੱਸਿਆ ਹੱਲ। ਕੋਸ਼ਿਸ਼ ਇਹ ਹੋਣੀ ਹੈ ਐਜ਼ ਮਿਨਿਸਟਰ ਡਿਊਟੀ ਬਣਦੀ ਹੈ ਸਾਡੀ ਇਖਲਾਕੀ ਜੀ, ਕੋਈ ਵੀ ਹੋਵੇ, ਮੈਂ ਹੋਵਾਂ, ਮੇਰਾ ਕੋਈ ਸਾਥੀ ਡਾਕਟਰ ਰਤਨ ਸਿੰਘ ਜਨਾਲਾ ਸੀਗੇ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਜੀ, ਉਹ ਵੀ ਸਾਡੇ ਸਾਥੀ ਇਹ ਹੈ ਕਿ ਤੁਸੀਂ ਪੋਜ਼ਿਟਿਵਲੀ ਦੂਜੇ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰੋ ਜੀ। ਐਫਰਟ ਆਨ ਇਹ ਹੈ ਕਿ ਵਾਰੀ ਕਿਤੇ ਹੱਥ ਹੋ ਪਾਉਂਦੀਆਂ ਨੇ, ਕਈ ਵਾਰੀ ਪ੍ਰੈਕਟੀਕਲੀ ਪੋਸੀਬਲ ਨਹੀਂ ਹੁੰਦਾ, ਕਈ ਵਾਰੀ ਲੀਗਲ ਦਿੱਕਤਾਂ ਹੁੰਦੀਆਂ, ਕਈ ਵਾਰੀ ਕੋਰਟ ਦੀਆਂ ਜੱਜਮੈਂਟਸ ਹੁੰਦੀਆਂ ਨੇ, ਪਰ ਉਹ ਐਟੀਟਿਊਡ ਦਾ ਕੋਈ ਹੁੰਦਾ ਜਿਵੇਂ ਸਾਡੀ ਮੈਂ ਗੱਲ ਕੀਤੀ ਹੈ ਕਿ ਜਦੋਂ ਜ਼ਿੰਮੇਵਾਰੀ ਪੈਂਦੀ ਹੈ ਜੀ 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 ਬਹੁਤ ਸੋਚ ਕੇ ਕੰਮ ਜਿਹੜਾ ਉਹ ਕਰਨਾ ਪੈਂਦਾ ਜੀ। ਦੂਜੀ ਗੱਲ ਜੇ ਤੁਸੀਂ ਜ਼ਿਕਰ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਹੁਣ ਪਾਰਟੀ ਦੇ ਬਤੌਰ ਪ੍ਰਧਾਨ ਕੰਮ ਕਰ ਰਹੇ ਆ, ਪਿਛਲੀਆਂ ਸਰਕਾਰਾਂ ਬਣਾਉਣ ਦੇ ਵਿੱਚ ਵੀ ਬੜੀ ਵੱਡੀ ਉਹਨਾਂ ਦੀ ਅਹਿਮ ਭੂਮਿਕਾ ਸੀ ਔਰ ਅੱਜ ਵੀ ਪੂਰੀ ਪਾਰਟੀ ਦੀ ਕਮਾਂਡ ਸੰਭਾਲ ਕੇ ਅੱਗੇ ਹੋ ਕੇ ਲੀਡ ਕਰ। ਇਸ ਕਰਕੇ ਸਾਡੀ ਲੀਡਰਸ਼ਿਪ ਹਮੇਸ਼ਾ ਅਨਡਿਸਪਿਊਟਡ ਰਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ 94 ਸਾਲ ਦੇ ਹੋ ਗਏ, ਅੱਜ ਵੀ ਸਾਨੂੰ ਗਾਈਡ ਕਰਦੇ ਆ, ਅੱਜ ਵੀ ਸਰਪ੍ਰਸਤ ਹੈ, ਪਰ ਐਕਟਿਵਲੀ ਹੁਣ ਪਾਰਟੀ ਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਸੰਭਾਲ ਰਹੇ ਆ, ਉਹ ਹੀ ਲੀਡ ਕਰ ਰਹੇ। ਇਸ ਕਰਕੇ ਸਾਡੇ ਕੋਈ ਇਸ ਗੱਲ ਦਾ ਰੌਲਾ ਨਹੀਂ, ਲੀਡ ਕਰਨਗੇ, ਬੜਾ ਅੱਛੇ ਤਰੀਕੇ ਨਾਲ ਲੀਡ ਕਰਨਗੇ ਔਰ ਉਮੀਦ ਵੀ ਹੈ ਸਾਨੂੰ ਕਿ ਪਬਲਿਕ ਲਾਈਫ ਵੀ ਕਰਦੀ ਹੈ ਜਦੋਂ 10 ਤਰ੍ਹਾਂ ਕੰਮ ਦੇਖਦੇ ਆ। ਜਦੋਂ ਹਵਾ ਦੀ ਹੁੰਦੀ ਹੈ ਤੇ ਮਾਹੌਲ ਦੂਜਾ ਬਣਦਾ ਉਦੋਂ ਸਾਰੀ ਚੀਜ਼ ਹੋ ਜਾਂਦੀ ਹੈ। ਬਾਅਦ ਵਿੱਚ ਪਬਲਿਕ ਫੀਲ ਵੀ ਆਉਂਦੀ ਹੈ ਜਿੰਨੀ ਅੱਛੀ ਹੋਈ, ਜਿਸ ਤਰੀਕੇ ਪਾਵਰ ਜਨਰੇਸ਼ਨ ਪੰਜਾਬ ਦੇ ਵਿੱਚ ਹੋਈ, ਜਿੰਨੀ ਅਮਨ ਸ਼ਾਂਤੀ ਸੀ, ਜਿੰਨੀ ਖੁਸ਼ਹਾਲੀ ਸੀ, ਜਿੰਨੀ ਅੱਛੀ ਟ੍ਰਾਂਸਪੇਰੈਂਟ ਰਿਕਰੂਟਮੈਂਟ ਹੋਈ, ਅੱਜ ਲੋਕੀ ਐਪਰੀਸ਼ੀਏਟ। ਡਾਕਟਰ ਸਾਹਿਬ ਤੁਹਾਡੀ ਆਵਾਜ਼ ਘੱਟ ਰਹੀ ਹੈ,
ਅਸੀਂ ਛੋਟੀ ਜਿਹੀ ਬ੍ਰੇਕ ਲੈਣੇ ਆ ਤੇ ਤੁਹਾਡੇ ਨਾਲ ਰੀਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾਲੇ ਆਪਾਂ ਬ੍ਰੇਕ ਲੈ ਲੈਂਦੇ ਆ। ਦਰਸ਼ਕੋ, ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਫੇਰ ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਕਰ ਰਹੇ ਸੀ ਆਨਰੇਬਲ ਡਾਕਟਰ ਦਲਜੀਤ ਸਿੰਘ ਚੀਮਾ, ਸੀਨੀਅਰ ਅਕਾਲੀ ਲੀਡਰ। ਆਵਾਜ਼ ਕੱਟ ਰਹੀ ਸੀ, ਇਸ ਕਰਕੇ ਬ੍ਰੇਕ ਲੈਣੀ ਪਈ। ਆਪਣੇ ਨਾਲ ਫੇਰ ਜੁੜ ਗਿਆ ਡਾਕਟਰ ਸਾਹਿਬ। ਬਹੁਤ ਸੋਹਣਾ ਐਲੈਬੋਰੇਟ ਕੀਤਾ ਤੁਸੀਂ ਤੁਹਾਡੀ ਸਟੂਡੈਂਟ ਲਾਈਫ ਦਾ, ਕਿ ਕਿੱਦਾਂ ਬਾਪ ਡਿਮਾਂਡਾਂ ਹੁੰਦੀਆਂ, ਜਦੋਂ ਆਪ ਬੰਦਾ ਬਾਪ ਬਣਦਾ ਤਾਂ ਫਿਰ ਉਹ ਸਿਚੁਏਸ਼ਨ ਦੇਖ ਕੇ ਡਿਮਾਂਡਾਂ ਪੂਰੀਆਂ ਕੀਤੀਆਂ ਜਾਂਦੀਆਂ। ਤੇ ਬਾਕੀ ਦੂਸਰਾ ਵੀ ਜਿਹੜਾ ਉਹ ਲਾਸਟ ਕੁਐਸਚਨ ਸੀਗਾ ਕਿ ਸੀਐਮ ਸਾਹਿਬ ਦਾ ਚਿਹਰਾ ਸੀਨੀਅਰ ਬਾਦਲ ਸਾਹਿਬ ਹੋਣਗੇ ਜਾਂ ਸਰਦਾਰ ਸੁਖਬੀਰ ਸਿੰਘ ਜੀ ਹੋਣਗੇ, ਇਹ ਥੋੜਾ ਜਿਹਾ ਐਲੈਬੋਰੇਟ ਕਰ ਦਿਓ ਜੀ। ਦੇਖੋ, ਮੈਂ ਕਿਹਾ ਕਿ ਹੁਣ ਐਕਟਿਵਲੀ ਪਾਰਟੀ ਦੀ ਕਮਾਂਡ ਜਿਹੜੀ ਹੈਗੀ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਜੀ, ਕਿਉਂਕਿ ਵੱਡੇ ਬਾਦਲ ਏਜ 94 ਸਾਲ ਹੋ ਗਈ ਜੀ। ਇਹ ਪਰਮਾਤਮਾ ਦੀ ਕਿਰਪਾ ਕਿ ਅੱਜ ਵੀ ਉਹ ਇਹ ਸਮਰੱਥ ਹੈ ਸਾਨੂੰ ਗਾਈਡ ਕਰਨ ਦੇ। ਅੱਜ ਵੀ ਕੋਸ਼ਿਸ਼ ਕਰਦੇ ਆ ਕਿ ਉਹ ਪਾਰਟੀ ਨੂੰ ਜਿੱਥੇ ਵੀ ਲੋੜ ਪੈਂਦੀ ਹੈ ਆਪਣੀ ਸਲਾਹ ਵੀ ਦਿੰਦੇ ਆ। ਪਰ ਏਜ ਇੱਕ ਫੈਕਟਰ ਹੈ ਜੀ, ਏਜ ਇੱਕ ਫੈਕਟਰ ਹੈ ਡੈਫੀਨਿਟਲੀ ਜੀ। ਇਸ ਕਰਕੇ ਪਾਰਟੀ 'ਚ ਕੋਈ ਦੋ ਰਾਮਾ ਨਹੀਂ ਹੈ ਕਿ ਉਹ ਨਾਲ ਲੀਡ ਕਰਨ। ਪਾਰਟੀ ਤਾਂ ਵਿਸ਼ ਕਰਦੀ ਸੀ ਜੀ, ਜਿੱਡਾ ਵੱਡਾ ਉਹਨਾਂ ਦਾ ਤਜਰਬਾ ਹੈ ਉਹ ਲੀਡ ਕਰਨ ਜ਼ਰੂਰ, ਪਰ ਇੱਕ ਏਜ ਦੀ ਇੱਕ ਆਪਣੀ ਲਿਮਿਟੇਸ਼ਨ ਹੈ ਜੀ 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 ਜੀ। ਸਰ ਸੁਖਬੀਰ ਸਿੰਘ ਬਾਦਲ ਬਹੁਤ ਇਫੈਕਟਿਵਲੀ ਜਿਹੜਾ ਹੈਗਾ ਉਹ ਸਾਰਾ ਕੰਮ ਕਰ ਰਹੇ ਆ ਔਰ ਬੜੀ ਅੱਛੀ ਤਰੀਕੇ ਦੇ ਨਾਲ ਪਾਰਟੀ ਨੂੰ ਲੀਡ ਕਰਨਗੇ ਔਰ ਦੁਬਾਰਾ ਰਾਜਸਥਾਨ ਵਾਲੇ ਪਾਸੇ ਲੈ ਕੇ ਜਾਣਗੇ ਜੀ ਜੀ। ਡਾਕਟਰ ਸਾਹਿਬ, ਇੱਕ ਕੁਐਸਚਨ ਬਹੁਤ ਸਾਰੇ ਲੋਕਾਂ ਦਾ, ਮੇਰਾ ਵੀ ਵਿੱਚ ਹੀ ਹੈ, ਸੀਨੀਅਰ ਅਕਾਲੀ ਨੇਤਾ ਜਿਹੜੇ ਤੁਹਾਨੂੰ, ਮੈਂ ਨਹੀਂ ਕਹਿੰਦਾ ਛੱਡ ਕੇ, ਪਰ ਇਹ ਕਹਿ ਸਕਦੇ ਕਿ ਕੋਈ ਵੱਖਰੇਵੇਂ ਨੇ, ਕਿਸੇ ਤਰ੍ਹਾਂ ਦੀਆਂ ਕੋਈ ਮਨ ਮੁਟਾਵ ਹੋ ਜਾਂਦੇ, ਚਾਹੇ ਆਪਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਲੈ ਲਈਏ, ਚਾਹੇ ਆਪਾਂ ਬ੍ਰਹਮਪੁਰਾ ਸਾਹਿਬ ਲੈ ਲਈਏ, ਅਜਨਾਲਾ ਸਾਹਿਬ, ਸੇਖਵਾਂ ਸਾਹਿਬ, ਇਹ ਚਾਰ ਤਾਂ ਮੇਨ ਹੈ ਹੀ ਨਾ ਜਿਹੜੇ ਤੁਹਾਡੇ ਬੜੇ ਚਿਰਾਂ ਤੋਂ ਸਾਥੀ ਰਹੇ ਨੇ। ਤੁਸੀਂ ਕਿੱਥੇ ਦੇਖਦੇ ਹੋ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮਨਾ ਕੇ ਵਾਪਸ ਲੈ ਆਉਣਾ ਚਾਹੀਦਾ ਹੈ, ਜਾਂ ਤੁਹਾਡਾ ਕੀ ਸਟੈਂਡ ਹੈ ਪਾਰਟੀ ਦਾ ਇਸ ਟਾਈਮ? ਦੇਖੋ, ਮੈਂ ਤਾਂ ਸਮਝਦਾ ਉਹਨਾਂ ਨੂੰ ਜਾਣਾ ਹੀ ਨਹੀਂ ਚਾਹੀਦਾ ਸੀ ਜੀ। ਪਾਰਟੀ ਦੇ ਵਿੱਚ ਹਮੇਸ਼ਾ ਹੀ ਜਿਹੜੀ ਆ ਆਪਣਾ ਵੱਖਰਾ ਵਿਊ ਰੱਖਣ ਦੀ ਇਜਾਜ਼ਤ ਹੁੰਦੀ ਆ। ਅਸੀਂ ਵੀ ਪਾਰਟੀ ਦੀ ਮੀਟਿੰਗਾਂ ਦੇ ਵਿੱਚ ਆਪਣਾ ਖੁੱਲ੍ਹ ਕੇ ਵਿਚਾਰ ਰੱਖਦੇ ਆ। ਅਲਟੀਮੇਟਲੀ ਜਿਹੜੀ ਆ ਮੈਜੋਰਟੀ ਦੀ ਰਾਏ ਦੇ ਨਾਲ ਜਿਹੜੇ ਆ ਫੈਸਲੇ ਹੁੰਦੇ ਆ ਜੀ, ਔਰ ਪੰਜਾਬ ਦੀ ਰਾਏ ਦੇ ਨਾਲ ਜਾਂ ਕੰਸੈਂਸਸ ਦੇ ਨਾਲ ਹੀ ਅੱਗੇ ਵਧਿਆ ਜਾਣਾ ਜੀ ਜੀ ਜੀ। ਸਾਡੇ ਸਾਰੇ ਰਿਸਪੈਕਟੇਬਲ ਲੀਡਰ ਹੈ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਪਾਰਟੀ 'ਚ ਕੰਮ ਕੀਤਾ ਔਰ ਬੜੀਆਂ ਵੱਡੀਆਂ ਪੋਜੀਸ਼ਨਾਂ ਦੇ ਉੱਤੇ ਰਹੇ ਆ ਜੀ। ਇਸ ਕਰਕੇ ਗੱਲ ਮੈਂ ਹਮੇਸ਼ਾ ਮਹਿਸੂਸ ਕਰਦਾ ਹੁੰਦਾ ਕਿ ਅੱਜ ਮੈਂ ਵੀ ਗਵਰਨਮੈਂਟ ਦੇ ਵਿੱਚ ਹਿੱਸਾ ਰਿਹਾ। ਜੇ ਮੈਂ ਇੱਕ ਈਜ਼ੀ ਤਰੀਕਾ ਹੁੰਦਾ ਕਿ ਜੇ ਕਿਸੇ ਵੇਲੇ ਗਵਰਨਮੈਂਟ ਦੇ ਉੱਤੇ ਕੋਈ ਨੈਗੇਟਿਵ ਪ੍ਰਭਾਵ ਪੈਂਦਾ ਤੇ ਮੈਂ ਆਪਣੇ ਆਪ ਨੂੰ ਅਲਰਟ ਕਰਕੇ ਕਹਿ ਦੇਵਾਂ ਕਿ ਮੈਂ ਤਾਂ ਉਦੋਂ ਕਿਹਾ ਸੀ ਜੀ, ਉਹਦੀ ਬਹੁਤ ਵੈਲਿਊ ਨਹੀਂ ਹੋਣੀ ਚਾਹੀਦੀ। ਕਿਉਂਕਿ ਜਦੋਂ ਮੈਂ ਹਿੱਸਾ ਸੀ ਤਾਂ ਫਿਰ ਮੈਨੂੰ ਉਹਦੇ ਆਪਣੇ ਨਾਲ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਜੀ ਜੀ। ਇਹ ਜਿਹੜਾ ਸਿਸਟਮ ਹੈ ਕਿ ਜਦੋਂ ਤੁਸੀਂ ਲੰਬੀ ਦੇਰ ਉਸੇ ਸਿਸਟਮ ਦਾ ਹਿੱਸਾ ਹੋ, ਤੁਸੀਂ ਪਾਵਰ ਇੰਜੋਏ ਕਰਦੇ ਹੋ ਜੀ, ਤੇ ਜਦੋਂ ਤੁਹਾਨੂੰ ਲੱਗਦਾ ਕਿ ਪਾਰਟੀ ਪਾਵਰ ਤੋਂ ਬਾਹਰ ਹੈ ਤੇ ਤੁਸੀਂ ਇਹ ਚਾਹੁੰਦੇ ਕਿ ਕ੍ਰਿਟਿਸਿਜ਼ਮ ਮੇਰੇ ਤੇ ਨਾ ਆਵੇ ਤੇ ਮੈਂ ਅਲੱਗ ਕਰ ਲਵਾਂ, ਉਹ ਗੱਲ ਚੰਗੀ ਨਹੀਂ ਹੈ ਜੀ। ਜੇ ਅੰਦਰੋਂ ਪਾਰਟੀ ਦੇ ਉਸ ਵੇਲੇ ਗੱਲ ਰੱਖੋ ਜੀ ਜੀ ਜੀ। ਜਦੋਂ ਤੁਸੀਂ ਪਾਵਰ 'ਚ ਹੋ ਉਦੋਂ ਅਸੀਂ ਬਹੁਤ ਗੱਲਾਂ ਤੇ ਸਟੈਂਡ ਲੈਂਦੇ ਰਹੇ, ਸਰਕਾਰ 'ਚ ਵੀ ਲੈਂਦੇ ਰਹੇ, ਸਾਡੀਆਂ ਐਕਸੈਪਟ ਵੀ ਕਰ ਰਹੀਆਂ। ਕਿਸੇ ਵੇਲੇ ਸਾਡੀ ਗੱਲ ਨਹੀਂ ਵੀ ਐਕਸੈਪਟ ਹੁੰਦੀ, ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਕਈ ਵਾਰੀ ਗੱਲ ਨਹੀਂ ਠੀਕ ਹੁੰਦੀ, ਕਈ ਵਾਰੀ ਤੁਸੀਂ ਕਨਵਿੰਸ ਨਹੀਂ ਕਰ ਪਾਉਂਦੇ ਆਪਣੇ ਸਾਥੀਆਂ ਨੂੰ ਜੀ ਜੀ ਜੀ। ਇਸ ਕਰਕੇ ਪਾਰਟੀ ਦੇ ਵਿੱਚ ਰਹਿ ਕੇ ਡੈਮੋਕ੍ਰੇਸੀ ਇਹੀ ਹੈ ਕਿ ਜੇ ਤੁਸੀਂ ਗੱਲ ਆਪਣੀ ਨਹੀਂ ਬਣਵਾ ਪਾਏ ਤਾਂ ਸਾਨੂੰ ਮੰਨਣਾ ਚਾਹੀਦਾ ਕਿ ਸ਼ਾਇਦ ਮੈਂ ਕਨਵਿੰਸ ਨਹੀਂ ਕਰ ਪਾਇਆ ਨਾਲ ਦੇ ਨੂੰ, ਫਿਰ ਸਹੀ ਆਪਣੇ ਵੀ ਤੁਸੀਂ ਪੱਖ ਰੱਖਦੇ ਰਹੋ ਤੇ ਨਾਲ ਪਾਰਟੀ ਨੂੰ ਵੀ ਤੁਸੀਂ ਤਗੜੇ ਕਰੋ। ਇਸ ਕਰਕੇ ਜਿਹੜਾ ਹੈ ਨਾ ਕਿ ਤੁਸੀਂ 30 ਸਾਲ 40 ਸਾਲ ਚੱਲਦੇ ਹੋ ਤੇ 40 ਸਾਲਾਂ ਬਾਅਦ ਕਹਿ ਦਿਓ ਕਿ ਸਾਰਾ ਕੁਝ ਗਲਤ ਹੁੰਦਾ ਸੀ, ਫਿਰ ਤੁਹਾਨੂੰ ਮੰਨਣਾ ਪਊਗਾ ਫਿਰ ਤੁਸੀਂ ਵੀ ਗਲਤ ਸੀ। ਰਾਈਟ। ਚਿਮਸਾ, ਆਊਟ ਆਫ ਸਬਜੈਕਟ ਗੱਲ ਕਰਦਾ ਮੈਂ, ਜਿਹੜੇ 3-4 ਲੀਡਰਾਂ ਦੇ ਨਾਲ ਹੈ, ਕਿਸੇ ਨਾਲ ਫੋਨ ਤੇ ਗੱਲ ਹੋਈ ਹੈ ਜਾਂ ਢੀਂਡਸਾ ਸਾਹਿਬ ਤਾਂ ਇਸੇ ਤਰ੍ਹਾਂ ਤੁਹਾਡਾ ਥੋੜੇ ਦਿਨ ਹੀ ਹੋਏ, 1-2 ਹਫ਼ਤੇ ਪਹਿਲਾਂ ਆਏ ਸੀਗੇ ਮੇਰੇ ਨਾਲ ਸ਼ੋਅ 'ਚ, ਜਦੋਂ ਵੀ ਗੱਲ ਹੁੰਦੀ ਉਹਨਾਂ ਨੇ ਕੋਈ ਖੁੱਲ੍ਹ ਕੇ ਵੀ ਬਾਦਲ ਸਾਹਿਬ ਦੇ ਖਿਲਾਫ ਜਾਂ ਕੋਈ ਪਾਰਟੀ ਖਿਲਾਫ ਕੋਈ ਏਡੀ ਕੋਈ ਗੱਲ ਕੀਤੀ ਨਹੀਂ, ਸਿਰਫ ਇਹੀ ਕਿਹਾ ਕਿ ਥੋੜੇ ਬਹੁਤ ਅਗਰੀਮੈਂਟ ਡਿਸਐਗਰੀਮੈਂਟ ਨੇ ਸਾਡੇ। ਚਲੋ ਐਨੀਵੇ ਉਹਨੂੰ ਆਪਾਂ ਛੱਡ ਦਿੰਦੇ ਹਾਂ, ਆਪਾਂ ਅੱਗੇ ਚੱਲਦੇ ਹਾਂ ਜੀ। 2022 ਨੂੰ ਦੇਖਦੇ ਹੋਏ ਤੁਹਾਡਾ ਜਿਹੜਾ ਅਲਾਇੰਸ ਆ ਬਹੁਤ ਪੁਰਾਣਾ, ਜਿਹਨੂੰ 9 ਮਾਸ ਦਾ ਰਿਸ਼ਤਾ ਵੀ ਕਹਿੰਦੇ ਸੀ ਭਾਰਤੀ ਜਨਤਾ ਪਾਰਟੀ, ਉਹ ਤਾਂ ਕਿਸੇ ਤਣ ਪੱਤਣ ਲੱਗਦਾ ਨਹੀਂ ਲੱਗਦਾ। ਪਰ ਹੋਰ ਤੁਹਾਡੇ ਚੋਇਸਸ ਕਿਹੜੇ ਨੇ, ਜਿੱਦਾਂ BSP ਆ ਜਾਂ ਆਮ ਆਦਮੀ ਪਾਰਟੀ, ਇਹਨਾਂ ਦੇ ਵਿੱਚ ਕੋਈ ਤੁਸੀਂ ਅਲਾਇੰਸ ਕਰਕੇ ਅੱਗੇ ਵਧੋਗੇ ਜਾਂ ਇਕੱਲੇ ਹੀ ਮੈਦਾਨ ਦੇ ਵਿੱਚ ਉਤਰੋਗੇ ਜੀ? ਵੈਸੇ ਤਾਂ ਹਾਲੇ ਟਾਈਮ ਪਿਆ, 7 ਮਹੀਨੇ ਹਾਲੇ ਹੈ। ਜ਼ਿਆਦਾਤਰ ਅਲਾਇੰਸ 'ਚ ਇਲੈਕਸ਼ਨ ਦੇ ਨੇੜੇ ਜਾ ਕੇ ਬਣਦੇ ਹੁੰਦੇ ਆ।
ਇਸ ਕਰਕੇ ਅੱਜ ਉਹਦੇ ਤੇ ਕੋਈ ਮੇਰੀ ਰਾਏ ਦੇਣੀ ਠੀਕ ਨਹੀਂ ਹੈ, ਕਿਉਂਕਿ ਪਾਰਟੀ ਕਲੈਕਟਿਵਲੀ ਸੋਚੇਗੀ ਰਾਈਟ ਕਿਹਦੇ ਨਾਲ ਤੁਹਾਡੀ ਸਿਧਾਂਤਕ ਤੌਰ ਦੇ ਉੱਤੇ ਜ਼ਿਆਦਾ ਨੇੜ ਪੈਂਦਾ, ਕਿਹਦੇ ਨਾਲ ਤੁਹਾਡੀ ਸੀਟਾਂ ਦੀ ਫੰਡ ਜਿਹੜੀ ਹੈ ਉਹ ਠੀਕ ਰਹਿ ਸਕਦੀ ਹੈ। ਇਸ ਕਰਕੇ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਤਾਂ ਉਦੋਂ ਪਾਰਟੀ ਦੀ ਕੋਰ ਕਮੇਟੀ ਬੈਠ ਕੇ ਜਿਹੜੀ ਹੈ, ਲੇਕਿਨ ਆਪਸ਼ਨਸ ਓਪਨ ਰਹਿੰਦੀਆਂ ਨੇ, ਕਿਉਂਕਿ ਜਿਹੜੀ ਹੈ ਅਲਟੀਮੇਟਲੀ ਜਿਹੜਾ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਇਸ ਕਰਕੇ ਜੋ ਮੌਕੇ ਦੇ ਮੁਤਾਬਕ ਠੀਕ ਹੋਇਆ ਉਹਦੇ ਮੁਤਾਬਕ ਫੈਸਲਾ ਹੋਏਗਾ। ਲੇਕਿਨ ਇਹ ਹੈ ਕਿ ਸਾਡੀ ਕਾਂਗਰਸ ਨਾਲ ਨਹੀਂ ਬਣ ਸਕਦੀ, ਕੁਝ ਸਿਧਾਂਤਕ ਗੱਲਾਂ ਇਹੋ ਜਿਹੀਆਂ ਹੈਗੀਆਂ ਨੇ, ਉਹਦੇ ਨਾਲ ਨਹੀਂ ਬਣ ਸਕਦੀ। ਬਾਕੀ ਸਮਾਂ ਉੱਤੇ ਜਿਹੜਾ ਉਹ ਦੇਖਿਆ ਜਾਏਗਾ। ਇੱਥੇ ਕੁਐਸਚਨ ਖੜਾ ਹੁੰਦਾ ਜੀ, ਇੱਥੇ ਬਹੁਤ ਸਾਰੇ ਲੋਕਾਂ ਦਾ ਬਹੁਤ ਲੋਕਾਂ ਦਾ ਇੱਕ ਵਲਵਲਾ ਹੈ, ਖਦਸ਼ਾ ਹੈ ਕਿ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਅਕਾਲੀ ਦਲ ਤੇ ਕਾਂਗਰਸ ਜਿਹੜੇ ਉਹ ਰਲ ਕੇ ਚੱਲ ਰਹੇ ਆ। ਇਹਦੀ ਕਲੈਰੀਫਿਕੇਸ਼ਨ ਦਓਗੇ ਜੀ? ਉਹ ਬਹੁਤ ਮੁੱਦਿਆਂ ਤੇ ਕਹਿ ਦਿੰਦੇ, ਦੇਖੋ ਜੀ ਆਈ ਸਟੈਂਡ ਉਹਦਾ ਸੀ, ਆਈ ਉਹਨਾਂ ਦਾ ਆ, ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ, ਆਮ ਆਦਮੀ ਪਾਰਟੀ ਨਾ ਬਹੁਤ ਕੁਝ ਝੂਠ ਬੋਲਣ ਦੀ, ਕੂੜ ਪ੍ਰਚਾਰ ਕਰਨ ਦੀ ਉਹਨਾਂ ਨੂੰ ਆਦਤ ਹੈ ਜੀ। ਗੱਲ ਕਹਿ ਕੇ ਗੱਲਾਂ ਤੋਂ ਮੁਕਰਨ ਦੀ ਉਹਨਾਂ ਨੂੰ ਆਦਤ ਹੈ। ਹਾਲੇ ਨਵੀਂ ਪਾਰਟੀ ਹੈ, ਬੜਾ ਕੁਝ ਉਹਨਾਂ ਦੇ ਬਾਰੇ ਦੇ ਵਿੱਚ ਖੁੱਲ ਗਿਆ ਜੀ, ਜਿਹੜੀਆਂ ਬਾਹਰ ਆ ਗਈਆਂ। ਕੇਜਰੀਵਾਲ ਦੀਆਂ ਯੂ ਟਰਨ ਕਿੱਦਾਂ ਲਏ ਜਾਂਦੇ ਆ, ਕਸਮਾਂ ਖਾਣ ਚੋਂ ਵੀ ਪਿੱਛੇ ਨਹੀਂ ਆ। ਉਹਨੇ ਬੱਚਿਆਂ ਦੀ ਕਸਮ ਖਾ ਲਈ ਸੀ, ਪਹਿਲਾਂ ਮੈਂ ਰਾਜਨੀਤੀ 'ਚ ਨਹੀਂ ਆਉਣਾ, ਫਿਰ ਬੱਚਿਆਂ ਦੀ ਕਸਮ ਖਾ ਲਈ ਸੀ ਮੈਂ ਕਾਂਗਰਸ ਨਾਲ ਤੇ ਬੀਜੇਪੀ ਨਾਲ ਸਪੋਰਟ ਨਹੀਂ ਲੈਣੀ ਜੇ ਮੇਰੀ ਸਰਕਾਰ ਨਾਲ ਬੰਦੀ ਹੋਈ। ਸਾਰੀਆਂ ਕਸਮਾਂ ਉਹਨਾਂ ਨੇ ਵੀ ਤੋੜੀਆਂ ਹੋਈਆਂ। ਇਸ ਕਰਕੇ ਜਿਹੜੇ ਹੋਰ ਨੇ ਬੜੀ ਉਹਨਾਂ ਨੇ ਆਪਣੇ ਆਪ ਨੂੰ ਹਾਲੇ ਵੀ ਕੈਮੋਫਲੇਜ ਕਰਕੇ ਰੱਖਿਆ ਹੋਇਆ। ਅਸਲੀ ਜਿਹੜਾ ਇਹਨਾਂ ਦਾ ਨਜ਼ਰ ਆਇਆ ਸਾਡੇ ਪੰਜਾਬ ਦੇ ਵਿੱਚ ਜਦੋਂ 20 ਐਮਐਲਏ ਬਣੇ ਆ ਤੇ ਅੱਧੇ ਪੁੱਤ ਕਾਂਗਰਸ ਦੇ ਵਿੱਚ ਹੀ ਸ਼ਾਮਲ ਹੋ ਗਏ ਸੀ। ਚਾਚਾ ਕਾਂਗਰਸ ਤੁਰੇ ਰਹੇ, ਕਿਸੇ ਨੇ ਵੱਖਰੀ ਪਾਰਟੀ ਬਣਾ ਲਈ, ਵੱਖਰੀ ਪਾਰਟੀ ਦੇ ਨਾਂ ਤੇ ਇਲੈਕਸ਼ਨਾਂ ਲੜ ਲਈਆਂ, ਨਵੇਂ ਸਿੰਬਲ ਲੈਣੇ। ਇਸ ਕਰਕੇ ਲੋਕਾਂ ਨੂੰ ਜੋ ਕੁਝ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਿੱਕਾ ਜਿਹਾ ਵੀ ਫੈਸਲਾ ਲਵਾਂਗੇ ਤੁਹਾਨੂੰ ਪੁੱਛ ਕੇ ਜਾ ਕਰਾਂਗੇ, ਨਾ ਕਿਸੇ ਨੇ ਪਾਰਟੀ ਛੱਡਣ ਵੇਲੇ ਪੁੱਛਿਆ, ਨਾ ਕਿਸੇ ਨੇ ਪਾਰਟੀਆਂ 'ਚ ਵਾਪਸ ਆਉਣ ਵੇਲੇ ਪੁੱਛਿਆ। ਇਸ ਕਰਕੇ ਇਹਨਾਂ ਦੀ ਬਹੁਤ ਹਾਸੋਹੀਣੀ ਪੋਜੀਸ਼ਨ ਹੈ ਇਸ ਵੇਲੇ। ਕੋਈ ਲਾਇਬਲ ਪਾਰਟੀ ਦੇ ਤੌਰ ਤੇ ਜਿਵੇਂ ਦੇਸ਼ ਦੇ ਲੋਕਾਂ ਨੇ ਐਡਾ ਵੱਡਾ ਸਮਰਥਨ ਇਹਨਾਂ ਨੂੰ ਦਿੱਤਾ ਸੀ, ਉਹਨਾਂ ਦੀਆਂ ਅਸਲਾਂ ਦੇ ਉੱਤੋਂ ਬਹੁਤ ਥੱਲੇ ਚਲੀ। ਤੁਸੀਂ ਦੇਖੋ ਹੁਣ ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ ਤੇ ਇਹ ਪਾਰਟੀ ਜਿਹੜੀ ਮੇਨ ਪ੍ਰਿੰਸੀਪਲ ਪਾਰਟੀ ਸੀ, 8 ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, 5 ਦੇ ਵਿੱਚੋਂ ਇਹਨੂੰ ਇੱਕ ਵੀ ਸੀਟ ਨਹੀਂ ਆਈ। ਔਰ ਜੇ ਮੁਕਾਬਲੇ ਹੋਏ ਆ ਸਾਰੇ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਹੋਏ। ਜੇ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਬਾਈ ਇਲੈਕਸ਼ਨ ਹੋਈਆਂ, ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਜੇ ਪਾਰਲੀਮੈਂਟ ਦੀ ਬਾਈ ਇਲੈਕਸ਼ਨ ਹੋਈ ਤੇ ਉਹਦੇ ਚ ਇਹਨਾਂ ਦੀ ਜ਼ਮਾਨਤ ਜ਼ਬਤ ਹੋਈ। ਜੇ ਪਾਰਲੀਮੈਂਟ ਇਲੈਕਸ਼ਨ ਹੋਈ ਤਾਂ ਉੱਥੇ ਵੀ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਹਲਕਿਆਂ 'ਚ ਜ਼ਮਾਨਤਾਂ ਜ਼ਬਤ ਹੋਈਆਂ। ਇਸ ਕਰਕੇ ਜੇ ਇਹਨਾਂ ਦੀ ਪਰਫਾਰਮੈਂਸ ਹੁੰਦੀ 24 ਘੰਟੇ ਕ੍ਰਿਟਿਸਾਈਜ਼ ਕਰ ਲੈਣਾ, ਇਹ ਜਿਹੜਾ ਹੈਗਾ ਬੜਾ ਸੌਖਾ ਹੁੰਦਾ। ਪਰ ਉਹ ਕ੍ਰਿਟਿਸਾਈਜ਼ ਨੇ ਉਹਦੇ ਕਰਕੇ ਬੜਾ ਇਹਨਾਂ ਨੂੰ ਪਹਿਲਾਂ ਫਲ ਦਿੱਤਾ। ਹੁਣ ਇਹ ਨਹੀਂ ਕਿ ਤੁਸੀਂ ਇਹ ਰਾਜ ਭਾਗ ਦੇ ਵਿੱਚ ਬੈਠ ਕੇ ਵੀ ਸਾਰਾ ਦਿਨ ਝੂਠ ਬੋਲੀ ਜਾਓ। ਪਬਲਿਕ ਰਿਲੇਸ਼ਨ ਨਾਲ ਫਿਰ ਕੰਮ ਚੱਲ ਸਕਦਾ ਹੈ। ਪਬਲਿਕ ਰਿਲੇਸ਼ਨ ਦੇ ਬਜਟ ਨੂੰ ਵਧਾ ਕੇ ਕੁਝ ਟਾਈਮ ਕੰਮ ਚੱਲ ਸਕਦਾ। ਅਲਟੀਮੇਟਲੀ ਰਿਐਲਿਟੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆਉਂਦੀ ਹੈ। ਇਸ ਕਰਕੇ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਫੇਥ ਜਿਹੜਾ ਇਹਨਾਂ ਤੋਂ ਖਤਮ ਹੋ ਗਿਆ। ਜੋ ਕਰ ਲੈਣ ਉਹ ਰਿਸਪੌਂਸ ਹੁਣ ਪੰਜਾਬ ਦੇ ਵਿੱਚ ਇਹਨਾਂ ਨੂੰ ਨਹੀਂ ਮਿਲ ਸਕਦਾ। ਡਾਕਟਰ ਸਾਹਿਬ, ਇੱਕ ਦੋ ਕੁਐਸਚਨ ਰਹਿ ਗਏ। ਮੈਂ ਮੰਨ ਲਓ ਪਰਮਾਤਮਾ ਕਰੇ, ਅਸੀਂ ਤੁਹਾਡੇ ਲਈ ਪ੍ਰੇਅਰ ਕਰਦੇ ਹਾਂ, ਇਸ ਤੇ ਸਾਰਿਆਂ ਲਈ ਕਰਦੇ ਹਾਂ ਜੀ। ਇਸ ਤੇ ਇੱਕ ਮੈਸੇਂਜਰ ਹੈ, ਤੁਹਾਡੀ ਸਰਕਾਰ ਆ ਜਾਂਦੀ ਹੈ, ਚੀਫ ਮਿਨਿਸਟਰ ਬਣ ਜਾਂਦਾ, ਜਨਰਲ ਬਣਨਾ ਤੁਸੀਂ, ਪੰਜਾਬ ਸਟੇਟ ਜਿਹੜਾ ਮਾਣਮੱਤਾ ਪੰਜਾਬ ਹੈ ਉਹ ਮੁੜ ਕੇ ਮਾਣ ਹਾਸਲ ਕਰਨ 'ਚ ਕਾਮਯਾਬ ਹੋਊਗਾ, ਚਾਹੇ ਉਹ ਰੇਤਾ ਬਜਰੀ ਦੇ ਜਿਹੜੀ ਸਮਗਲਿੰਗ ਚੱਲ ਰਹੀ ਹੈ, ਡਰੱਗਸ ਦਾ ਕੰਮ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਆਰੋਪੀ ਜਿਹੜੇ ਉਹ ਜਾਣਗੇ, ਤੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਇੰਪਲੋਇਮੈਂਟ ਦੀ, ਇਹਨਾਂ ਦੇ ਵਿੱਚ ਤੁਸੀਂ ਪੂਰੇ ਕੌਨਫੀਡੈਂਟ ਹੋ ਕਿ ਜੇ ਸਰਕਾਰ ਆਈ ਤਾਂ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਾਂਗੇ ਪੰਜਾਬ ਸਟੇਟ 'ਚ? ਦੇਖੋ, ਮੈਂ ਸਮਝਦਾ ਬੜੀਆਂ ਵੱਡੀਆਂ ਚੁਣੌਤੀਆਂ ਨੇ ਇਸ ਵੇਲੇ ਪੰਜਾਬ ਦੇ ਸਾਹਮਣੇ 'ਚ ਜੀ। ਅਵੇਲੇ ਹੋ ਕੇ ਕੋਈ ਵੀ ਪਾਰਟੀ ਚੱਲੇਗੀ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਪਹਿਲੀ ਤੇ ਗੱਲ ਹੈ ਜਿਹੜੀ ਵੱਡੀ ਚਿੰਤਾ ਹੈਗੀ ਹੈ ਇਸ ਵੇਲੇ ਕਿ ਜਿੰਨਾ ਕਰਜ਼ੇ ਦਾ ਵੱਡਾ ਬੋਝ ਤੁਹਾਡੇ ਤੇ ਹੋ ਗਿਆ ਇਸ ਵਾਸਤੇ ਸਟੇਟ ਨੂੰ ਦੁਬਾਰਾ ਆਪਣੇ ਪੈਰਾਂ ਦੇ ਉੱਤੇ ਖੜੇ ਕਿੱਦਾਂ ਕਰਨਾ, ਇਹ ਬਹੁਤ ਵੱਡੀ ਚੁਣੌਤੀ ਹੈ। ਮੈਂ ਤੁਹਾਨੂੰ ਕਰਜ਼ਾ ਦੱਸਿਆ ਕਿ ਬਜਟ ਨਾਲੋਂ ਡਬਲ ਕਰਜ਼ਾ। ਮੈਂ ਉਹ ਬਜਟ ਦੇ ਆંકੜੇ ਵੀ ਦੇਖੇ ਸੀ। ਹਾਂਜੀ। ਹੁਣ ਕਿਸੇ ਨੇ ਕਸਰ ਨਹੀਂ ਛੱਡਣੀ ਜਦੋਂ ਮੈਨੀਫੈਸਟੋ ਜਾਰੀ ਕਰਨਾ ਵੀ ਅਸੀਂ ਆ ਵੀ ਦੇ ਦਿਆਂਗੇ, ਆ ਵੀ ਦੇ ਦਿਆਂਗੇ, ਆ ਵੀ ਦੇ ਦਿਆਂਗੇ, ਤੇ ਪਬਲਿਕ ਜਿਹੜੀ ਆ ਸੁਣ ਲੈਂਦੀ ਆ ਵੀ ਆ ਵੱਧ ਦੇ ਆ ਘੱਟ ਦੇ, ਪਰ ਦੇਣਾ ਕਿੱਥੋਂ? ਇਸ ਵੇਲੇ ਸਟੇਟ ਦੇ ਉੱਤੇ ਜਿਹੜੀ ਹੈ ਸਟੇਟ ਪਹੁੰਚੀ ਹੋਈ ਹੈ, ਇਹਨੂੰ ਫਾਈਨੈਂਸ਼ੀਅਲੀ ਆਪਣੇ ਪੈਰਾਂ ਦੇ ਉੱਤੇ ਪਹਿਲੀ ਗੱਲ ਹੈ ਖੜੇ ਕਰਨਾ।
ਜੀ ਔਰ ਦੂਜੀ ਗੱਲ ਇਹ ਹੈਗੀ ਹੈ ਕਿ ਫਾਈਨੈਂਸ਼ਲੀ ਪੈਰਾਂ ਤੇ ਖੜੇ ਕਰਕੇ ਰਿਸੋਰਸ ਜਨਰੇਸ਼ਨ ਕਿੱਦਾਂ ਕਰਨੀ ਹੈ, ਰਿਸੋਰਸ ਮੋਬਿਲਾਈਜੇਸ਼ਨ ਕਿੱਦਾਂ ਕਰਨੀ ਹੈ, ਇਹ ਬਹੁਤ ਵੱਡਾ ਇਸ਼ੂ ਹੈ। ਰਾਈਟ। ਕਿਸਾਨ ਦੇ ਵੱਡੇ ਸੰਕਟ ਦੇ ਵਿੱਚ ਆ, ਕਿਸਾਨੀ ਇੰਡੀਵਿਜੂਅਲੀ ਹਰ ਕਿਸਾਨ ਕਰਜ਼ੇ ਦੇ ਥੱਲੇ ਆ, ਨੰਬਰ ਆਫ ਸੁਸਾਈਡ ਬਹੁਤ ਵੱਧ ਗਿਆ। ਡਿਵਰਸਿਫਿਕੇਸ਼ਨ ਕਰਕੇ ਜਿਹੜੀ ਹੈਗੀ ਆ, ਤੁਸੀਂ ਸਟੇਟ ਨੂੰ ਆਪਣੀ ਕਿਸਾਨੀ ਨੂੰ ਪੈਰਾਂ ਦੇ ਉੱਤੇ ਕਿੱਦਾਂ ਲੈ ਕੇ ਆਉਣਾ। ਪਾਣੀ ਤੁਹਾਡਾ ਧਰਤੀ ਦਾ ਜਿਹੜਾ ਬਹੁਤ ਥੱਲੇ ਚਲਾ ਗਿਆ, ਮੈਕਸਿਮਮ ਜਿਹੜੇ ਤੁਹਾਡੇ ਬਲਾਕ ਆ ਉਹ ਬਲੈਕ ਜ਼ੋਨ ਡਿਕਲੇਅਰ ਕੀਤੇ ਜਾ ਰਹੇ ਆ। ਰਾਈਟ। ਇਸ ਕਰਕੇ ਆਉਣ ਵਾਲੇ ਸਮੇਂ ਵਾਸਤੇ ਤੁਸੀਂ ਅੱਗੇ ਜਨਰੇਸ਼ਨ ਵਾਸਤੇ ਪੀਣ ਵਾਸਤੇ ਵੀ ਪਾਣੀ ਛੱਡਣਾ ਕਿ ਨਹੀਂ ਛੱਡਣਾ, ਉਹਦੇ ਵਾਸਤੇ ਬੜੀ ਵੱਡੀ ਤੁਹਾਡੀ ਦੂਜਾ ਚਿੰਤਾ। ਐਨਵਾਇਰਨਮੈਂਟ ਜਿਹੜਾ ਤੁਹਾਡਾ, ਇੱਕ ਤਾਂ ਪੈਸੇ ਦਾ ਨੁਕਸਾਨ ਹੋ ਰਿਹਾ, ਦੂਜਾ ਐਨਵਾਇਰਨਮੈਂਟ ਬਹੁਤ ਡੈਮੇਜ ਹੋ ਗਿਆ ਇਹਦੇ ਨਾਲ ਮਾਈਨਿੰਗ ਦੇ ਕਰਕੇ ਜੀ। ਅੱਜ ਜਿੰਨਾ ਥਾਵਾਂ ਦੇ ਉੱਤੇ ਪਾਣੀ ਦੀ ਬਹੁਤਾਤ ਹੁੰਦੀ ਸੀਗੀ, ਅੱਜ ਸਾਡੇ ਅਨੰਦਪੁਰ ਸਾਹਿਬ ਦੇ ਇਲਾਕੇ 'ਚ ਤੁਸੀਂ ਲਾਓ, ਦਰਿਆਵਾਂ ਦੇ ਕੰਢੇ ਤੇ ਸਫੈਦੇ ਦਰਖਤ ਸੁੱਕਣੇ ਸ਼ੁਰੂ ਹੋ ਗਏ ਆ, ਕਿਉਂਕਿ 2-2 ਫੁੱਟ ਤੱਕ ਮਾਈਨਿੰਗ ਹੋ ਗਈ ਤੇ ਥੱਲੇ ਪਿੰਡਾਂ ਦਾ ਪਾਣੀ ਡਰੇਨ ਕਰਕੇ ਖੇਤਾਂ ਦਾ ਪਾਣੀ ਜਿਹੜਾ ਹੈਗਾ ਉਹ ਬੰਜਰ ਬਣਨ ਵਾਲੇ ਪਾਸੇ ਜਿਹੜਾ ਤੁਰਿਆ ਹੋਇਆ। ਇੱਕ ਤਰ੍ਹਾਂ ਬੜੇ ਲੰਬੇ এনवायरमेंट ਦੇ ਬੜੇ ਵੱਡੇ ਜਿਹੜੇ ਆ ਉਹ ਨੁਕਸਾਨ ਹੈ। ਐਜੂਕੇਸ਼ਨ ਨੂੰ ਕੰਪੀਟੀਟਿਵ ਬਣਾ ਕੇ ਰੱਖਣਾ ਵਰਲਡ ਲੈਵਲ ਦੇ ਉੱਤੇ ਕਿ ਸਾਡੇ ਬੱਚੇ ਕੰਪੀਟ ਕਰ ਸਕਣ। ਹੈਲਥ ਦੇ ਵਿੱਚ ਆ ਕੋਵਿਡ ਦੇ ਵਿੱਚ ਜੋ ਸਾਡੀ ਪਬਲਿਕ ਸੈਕਟਰ ਦੀ ਹਾਲਤ ਹੈ ਜੀ, ਉਹ ਜਨਾਜ਼ਾ ਸਾਡਾ ਨਿਕਲਿਆ, ਅਸੀਂ ਐਕਸੈਪਟ ਕਰੀਏ ਕਿ ਨਾ ਸਰਕਾਰੀ ਹਸਪਤਾਲ ਜਾਣ ਨੂੰ ਤਿਆਰ ਨਹੀਂ, ਗਰੀਬ ਦਾ ਇਲਾਜ ਕਿਵੇਂ ਕਰਨਾ ਹੈ। ਇਹ ਚੀਜ਼ਾਂ ਬੜੀਆਂ ਵੱਡੀਆਂ ਚੁਣੌਤੀਆਂ ਨੇ, ਕੋਈ ਛੋਟੀਆਂ ਚੁਣੌਤੀਆਂ ਨਹੀਂ ਹੈ। ਜਿਹੜੀ ਵੀ ਸਰਕਾਰ ਨੂੰ ਆਉਣਾ ਸੋਚ ਕੇ ਉਹਨਾਂ ਪਊਗਾ ਕਿ ਬੜੇ ਵੱਡੇ ਕੰਮ ਕਰਨੇ ਪੈਣਗੇ ਔਰ ਜ਼ਿੰਮੇਵਾਰੀ ਨਾਲ ਕੰਮ ਕਰਨੇ ਪੈਣਗੇ। ਆ ਜਿਹੜੀ ਹੁਣ ਐਸ਼ਪ੍ਰਸਤੀ ਹੋ ਰਹੀ ਹੈ, ਜੇ ਇਸੇ ਪਾਸੇ ਚੱਲਿਆ ਤਾਂ 5 ਸਾਲ ਤੋਂ ਬਾਅਦ ਤਾਂ ਸਾਨੂੰ ਚੱਲਣਾ ਔਖਾ ਹੋ ਜਾਊਗਾ ਸਟੇਟ ਨੂੰ, ਜੋ ਸਾਡੀ ਹਾਲਤ। ਡਾਕਟਰ ਸਾਹਿਬ ਮੇਰੇ ਕੋਲ ਨਾ ਕੁਐਸਚਨ ਬਹੁਤ ਸੀ, ਮੈਂ ਸਰਦਾਰਾ ਸਿੰਘ ਜੋਲ ਦੀ ਇੰਟਰਵਿਊ ਕੀਤੀ ਸੀ, ਬੜੇ ਸੋਹਣੀਆਂ ਚੀਜ਼ਾਂ ਦੱਸੀਆਂ, ਜਿੱਦਾਂ ਤੁਸੀਂ ਕਿਹਾ ਕਿ ਡਿਵਰਸਿਫਿਕੇਸ਼ਨ ਆਫ ਕ੍ਰਾਪ। ਮੈਂ ਕਿਸ ਦਿਨ ਪੂਰਾ ਸੈਸ਼ਨ ਫਿਰ ਤੁਹਾਡੇ ਨਾਲ ਲਾਉਂਗਾ, ਮੇਰੇ ਕੋਲ ਬਹੁਤ ਕੁਐਸਚਨ ਹੈ, ਤੁਸੀਂ ਟਾਈਮ ਕੱਢਿਓ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਅਰਦਾਸ ਕਰਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ ਤੁਹਾਡਾ ਚੀਮਾ ਸਾਹਿਬ, ਧੰਨਵਾਦ ਜੀ। ਦਰਸ਼ਕੋ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ ਤੇ ਆਪਣਾ ਅੱਜ ਟਾਈਮ ਕਰੀਬ ਖਤਮ ਹੈ ਜੀ, ਤੇ ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਸੀ। ਤੁਸੀਂ ਆਪਣਾ ਬਹੁਤ ਖਿਆਲ ਰੱਖਣਾ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਸ਼ਬਾ ਖੈਰ।